ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੋਕ ਵੇਦ ਸੁਣ ਆਖਦਾ, ਸੁਣ ਸੁਣ ਗਿਆਨੀ ਗਿਆਨ ਵਖਾਣੈ। ਸੁਰਗ ਲੋਕ ਸਣ ਮਾਤ ਲੋਕ, ਸੁਣ ਸੁਣ ਸਾਤ ਪਤਾਲ ਨ ਜਾਣੈ। ਭੂਤ ਭਵਿਖ ਨ ਵਰਤਮਾਨ, ਆਦ ਮੱਧ ਅੰਤ ਹੋਏ ਹੈਰਾਣੈ। ਉੱਤਮ ਮੱਧਮ ਨੀਚ ਹੋਏ, ਸਮਝ ਨ ਸਕਣ ਚੋਜ ਵਿਡਾਣੈ। ਰਾਜਗੁਣ ਤਮ ਗੁਣ ਆਖੀਐ, ਸਤਿਗੁਣ ਸੁਣ ਆਖਾਣ ਵਖਾਣੈ। ਮਨ ਬਚ ਕਰਮ ਸੇ ਭਰਮ ਦੇ, ਸਾਧ ਸੰਗਤ ਸਤਿਗੁਰ ਨ ਸਿਆਣੈ। ਫੱਕੜ ਹਿੰਦੂ ਮੁਸਲਮਾਣੈ, ਫੱਕੜ ਹਿੰਦੂ ਮੁਸਲਮਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ 'ਤੇ ਬਿਰਾਜਮਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਆਪ ਜੀ ਨੇ 23ਵੀਂ ਵਾਰ ਦੀ 16ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ ਕਿ ਲੋਕ ਸੁਣ ਸੁਣ ਕੇ ਪਰਮੇਸ਼ਰ ਬਾਰੇ ਅੱਗੇ ਦੱਸਦੇ ਹੈ, ਸੁਣਾਉਂਦੇ ਹੈ, ਪਰ ਉਸ ਦੇ ਭੇਦ ਨੂੰ ਕਿਸੇ ਨੇ ਨਹੀਂ ਜਾਣਿਆ। ਇੱਕ ਤੋਂ ਸੁਣਿਆ, ਦੂਸਰੇ ਨੇ ਅੱਗੇ ਕਹਿ ਦਿੱਤਾ, ਦੂਸਰੇ ਤੋਂ ਸੁਣ ਕੇ ਤੀਸਰੇ ਨੇ, ਪਰ ਕੋਈ ਵੀ ਪ੍ਰਭੂ ਦੇ ਭੇਦ ਨੂੰ ਨਹੀਂ ਜਾਣਦਾ ਔਰ ਵਿਅਰਥ ਹੀ ਗੱਲਾਂ ਕਰਦੇ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀ ਬਾਣੀ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਲੋਕ ਵੇਦ ਸੁਣ ਆਖਦਾ, ਸੁਣ ਸੁਣ ਗਿਆਨੀ ਗਿਆਨ ਵਖਾਣੈ। ਭਾਈ ਗੁਰਦਾਸ ਜੀ ਫਰਮਾਉਂਦੇ ਨੇ, ਲੋਕਾਂ ਦੇ ਪਾਸੋਂ ਜੋ ਵੇਦਾਂ ਵਿੱਚ ਲਿਖਿਆ ਉਹਨੂੰ ਸੁਣ ਕੇ ਸੁਣਨ ਵਾਲਾ ਅੱਗੇ ਸੁਣਾਉਂਦਾ ਹੈ। ਲੋਕ ਵੇਦ ਸੁਣ ਆਖਦਾ, ਅਥਵਾ ਵੇਦ ਨਾਮ ਗਿਆਨ ਦਾ ਜੋ ਸੰਸਾਰ ਸੰਬੰਧੀ ਗਿਆਨ ਹੈ ਨਾ, ਸੰਸਾਰੀ ਗਿਆਨ, ਉਹਨੂੰ ਸੁਣ ਕੇ ਜਿਹੜਾ ਸੁਣਨ ਵਾਲਾ ਅੱਗੇ ਹੋਰਾਂ ਨੂੰ ਦੱਸਦਾ ਹੈ। ਸੁਣ ਸੁਣ ਗਿਆਨੀ ਗਿਆਨ ਵਖਾਣੇ, ਅਤੇ ਗਿਆਨੀ ਪੁਰਸ਼ ਸੁਣ ਸੁਣ ਕੇ ਹੀ ਅੱਗੇ ਗਿਆਨ ਦੀ ਗੱਲ ਕਰਦਾ ਹੈ। ਗਿਆਨ ਬਾਰੇ ਸੁਣ ਸੁਣ ਕੇ ਉਹ ਹੋਰ ਲੋਕਾਂ ਨੂੰ ਦੱਸਦਾ ਹੈ, ਸੁਣਾਉਂਦਾ ਹੈ ਪਰਮੇਸ਼ਰ ਬਾਰੇ। ਸੁਰਗ ਲੋਕ ਸਣ ਮਾਤ ਲੋਕ, ਸੁਣ ਸੁਣ ਸਾਤ ਪਤਾਲ ਨ ਜਾਣੈ। ਸੁਰਗ ਲੋਕ ਸਣ ਮਾਤ ਲੋਕ, ਸਣ ਮੈਨੇ ਸਮੇਤ, ਸਮੇਤ ਮਾਤ ਲੋਕ ਦੇ
ਤੇ ਸੱਤ ਪਤਾਲ ਦੇ ਜਿਹੜੇ ਵਾਸੀ ਨੇ ਉਹ ਵੀ ਸੁਣ ਸੁਣ ਕੇ ਪਰਮੇਸ਼ਰ ਦੇ ਭੇਦ ਨੂੰ ਨਹੀਂ ਜਾਣਦੇ। ਸੁਰਗ ਲੋਕ, ਮਾਤ ਲੋਕ ਇਹਦੇ ਸਮੇਤ ਤੇ ਸੱਤ ਪਤਾਲ ਦੇ ਵਾਸੀ ਜਿਹੜੇ ਹੈ ਉਹ ਵੀ ਵਾਹਿਗੁਰੂ ਪਰਮੇਸ਼ਰ ਨੂੰ ਨਹੀਂ ਜਾਣਦੇ। ਭੂਤ ਭਵਿੱਖ ਨਾ ਵਰਤਮਾਨ, ਆਦ ਮੱਧ ਅੰਤ ਹੋਏ ਹੈਰਾਣੈ। ਸੋ ਤਿੰਨ ਸਮੇਂ ਨੇ ਜਿਹੜੇ, ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ। ਇਹਨਾਂ ਤਿੰਨਾਂ ਸਮਿਆਂ ਦੇ ਵਿੱਚ, ਆਦ, ਅੰਤ ਤੇ ਮੱਧ ਦੇ ਵਿੱਚ, ਇਹਨਾਂ ਸਮਿਆਂ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਨੇ ਉਹ ਪਰਮਾਤਮਾ ਨੂੰ ਜਾਣਦੇ ਨਹੀਂ ਔਰ ਸੁਣ ਸੁਣ ਕੇ ਹੈਰਾਨ ਹੋ ਰਹੇ ਹੈ ਵੀ ਵਾਹਿਗੁਰੂ ਜਿਹੜਾ ਨਾ ਉਹ ਅਸਚਰਜ ਕੌਤਕਾਂ ਨੂੰ ਕਰਨ ਵਾਲਾ ਹੈ। ਉੱਤਮ ਮੱਧਮ ਨੀਚ ਹੋਏ, ਸਮਝ ਨਾ ਸਕਣ ਚੋਜ ਵਿਡਾਣੈ। ਉੱਤਮ, ਮੱਧਮ ਅਤੇ ਨੀਚ ਸ਼੍ਰੇਣੀ ਨੂੰ ਜਿਹੜੇ ਮਨੁੱਖ ਪ੍ਰਾਪਤ ਹੋਏ ਹੈ, ਕੋਈ ਉੱਤਮ ਸ਼੍ਰੇਣੀ ਵਾਲਾ, ਕੋਈ ਮੱਧਮ ਸ਼੍ਰੇਣੀ ਵਾਲਾ, ਕੋਈ ਨੀਚ ਸ਼੍ਰੇਣੀ ਵਾਲਾ, ਇਹ ਤਿੰਨ ਸ਼੍ਰੇਣੀਆਂ ਦੇ ਜਿਹੜੇ ਲੋਕ ਨੇ ਵਾਹਿਗੁਰੂ ਦੇ ਅਸਚਰਜ ਕੌਤਕਾਂ ਨੂੰ ਸਮਝ ਨਹੀਂ ਸਕਦੇ। ਉਹਦੇ ਕੌਤਕ ਜਿਹੜੇ ਹੈ ਮਨੁੱਖੀ ਸਮਝ ਵਿੱਚ ਆਉਂਦੇ ਨਹੀਂ ਹਨ। ਰਾਜਗੁਣ ਤਮ ਗੁਣ ਆਖੀਐ, ਸਤਿਗੁਣ ਸੁਣ ਆਖਾਣ ਵਖਾਣੈ। ਰਜੋਗੁਣੀ ਲੋਕ ਜਿਹੜੇ ਹੈ, ਰਾਜੇ ਲੋਕ, ਤੇ ਇਸੇ ਤਰ੍ਹਾਂ ਤਮ ਗੁਣ ਜਿਹੜੇ ਤਮੋਗੁਣੀ ਲੋਕ ਨੇ, ਤਮੋਗੁਣੀ ਸੁਭਾਅ ਜਿਨ੍ਹਾਂ ਦਾ ਦੈਂਤ ਹਨ, ਔਰ ਇਸੇ ਤਰ੍ਹਾਂ ਸਤਿਗੁਣ, ਸਤੋਗੁਣੀ ਜਿਹੜੇ ਦੇਵਤੇ ਨੇ, ਇਹ ਸਾਰੇ ਹੀ ਸੁਣ ਕੇ ਉਹਦੀ ਕਥਾ ਨੂੰ, ਉਹਦੇ ਵਖਿਆਨ ਨੂੰ ਅੱਗੇ ਦੱਸਦੇ ਹੈ, ਅੱਗੇ ਸੁਣਾਉਂਦੇ ਹੈ ਸਾਰਿਆਂ ਨੂੰ। ਮਨ ਬਚ ਕਰਮ ਸੇ ਭਰਮ ਦੇ, ਸਾਧ ਸੰਗਤ ਸਤਿਗੁਰ ਨਾ ਸਿਆਣੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੀ ਮੈਂ ਗੱਲ ਕੀਤੀ ਆ ਨਾ, ਜਿਹੜੇ ਗਿਣੇ ਹੈ, ਇਹ ਮਨ ਕਰਕੇ, ਬਾਣੀ ਕਰਕੇ ਤੇ ਸਰੀਰ ਕਰਕੇ ਭਰਮਾਂ ਦੇ ਵਿੱਚ ਪਏ ਹੋਏ ਹੈ। ਕਿਉਂਕਿ ਸਾਧ ਸੰਗਤ ਦੇ ਵਿੱਚ ਨਹੀਂ ਜਾਂਦੇ ਤੇ ਸਾਧ ਸੰਗਤ ਵਿੱਚ ਜਾ ਕੇ ਸਤਿਗੁਰੂ ਨੂੰ ਨਹੀਂ ਪਛਾਣਦੇ, ਜਿਸ ਕਰਕੇ ਇਹਨਾਂ ਦੇ ਅੰਦਰੋਂ ਭਰਮ ਦੂਰ ਨਹੀਂ ਹੁੰਦਾ ਔਰ ਭਟਕਣਾ ਸਦਾ ਹੀ ਇਹਨਾਂ ਦੀ ਬਣੀ ਰਹਿੰਦੀ ਹੈ। ਸਾਧ ਸੰਗਤ ਦੇ ਵਿੱਚ ਮਿਲ ਕੇ ਗੁਰੂ ਨੂੰ ਪਛਾਣਦੇ ਨਹੀਂ ਹਨ। ਫੱਕੜ ਹਿੰਦੂ ਮੁਸਲਮਾਨ, ਇਸੇ ਕਰਕੇ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਫੱਕੜ ਹਨ। ਭਾਵ ਫੱਕੜ ਵਿਅਰਥ ਗੱਲਾਂ ਕਰਦੇ ਹੈ ਪਰਮੇਸ਼ਰ ਬਾਰੇ। ਕੋਈ ਕਹਿੰਦਾ ਪਰਮੇਸ਼ਰ ਫਲਾਣੇ ਥਾਂ 'ਤੇ ਹੈ, ਕੋਈ ਕਹਿੰਦਾ ਫਲਾਣੇ ਥਾਂ 'ਤੇ ਵੱਸਦਾ ਹੈ। ਮਹਾਰਾਜ ਕਹਿੰਦੇ ਸਾਰੀਆਂ ਵਿਅਰਥ ਗੱਲਾਂ ਨੇ। ਸਾਧ ਸੰਗਤ ਤੋਂ ਬਿਨਾਂ ਔਰ ਸਤਿਗੁਰੂ ਨੂੰ ਮਿਲੇ ਤੋਂ ਬਿਨਾਂ ਅਲੱਖ ਦੇ ਭੇਵ ਨੂੰ ਕੋਈ ਵੀ ਨਹੀਂ ਪਾ ਸਕਦਾ ਹੈ। ਬਾਕੀ ਜਿੰਨੀਆਂ ਵੀ ਗੱਲਾਂ ਸਾਰੀਆਂ ਵਿਅਰਥ ਹਨ। ਅਗਲੀ 17ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਚੌਹਾਂ ਯੁੱਗਾਂ ਬਾਬਤ ਦੱਸਦੇ ਹੈ। ਲੋਕ ਕਹਿੰਦੇ ਆ ਹੁਣ ਕਲਯੁੱਗ ਹੈ, ਇਹ ਸਮਾਂ ਬੜਾ ਭੈੜਾ ਹੈ, ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਕਲਯੁੱਗ ਦੇ ਵਿੱਚ ਵੇਖੋ ਨਿਆਂ ਹੈ, ਜੋ ਕਰਦਾ ਹੈ ਉਹੀ ਉਹਦਾ ਫਲ ਪਾਉਂਦਾ ਹੈ। ਸਤਿਯੁਗ ਇੱਕ ਵਿਗਾੜਦਾ, ਤਿਸ ਪਿੱਛੇ ਫੜ ਦੇਸ ਪੀੜਾਏ। ਸਤਿਯੁਗ ਦੇ ਵਿੱਚ ਜਦੋਂ ਕੋਈ ਇੱਕ ਬੰਦਾ ਵਿਗਾੜ ਕਰਦਾ ਸੀ, ਪਾਪ ਕਰਦਾ ਸੀ, ਤਾਂ ਉਹਦੇ ਪਿੱਛੇ, ਉਹਦੇ ਬਦਲੇ ਸਾਰੇ ਦੇਸ਼ ਨੂੰ ਫੜ ਕੇ ਸਜ਼ਾ ਦਿੱਤੀ ਜਾਂਦੀ ਸੀ। ਸਾਰਾ ਦੇਸ਼ ਹੀ ਪੀੜਿਆ ਜਾਂਦਾ ਸੀ। ਸਜ਼ਾ ਪਾਪ ਇੱਕ ਕਰਦਾ ਸੀ ਅਤੇ ਸਜ਼ਾ ਸਾਰੇ ਦੇਸ਼ ਨੂੰ ਮਿਲਦੀ ਸੀ। ਤ੍ਰੇਤੈ ਨਗਰੀ ਵਗਲੀਐ, ਦੁਆਪੁਰ ਵੰਸ ਨਰਕ ਸਮਾਏ। ਫਿਰ ਤ੍ਰੇਤੇ ਦੇ ਵਿੱਚ ਜਦੋਂ ਤ੍ਰੇਤਾ ਆਇਆ, ਤ੍ਰੇਤੇ ਦੇ ਵਿੱਚ ਜਦੋਂ ਕੋਈ ਇੱਕ ਪਾਪ ਕਰਦਾ ਸੀ ਤਾਂ ਨਗਰੀ ਫੜੀ ਜਾਂਦੀ ਸੀ। ਵਗਲੀਐ ਉਹਨੂੰ ਘੇਰਿਆ ਜਾਂਦਾ ਸੀ ਨਗਰੀ ਨੂੰ। ਇੱਕ ਨੇ ਪਾਪ ਕੀਤਾ ਅਤੇ ਸਾਰੀ ਨਗਰੀ ਨੂੰ, ਸਾਰੇ ਪਿੰਡ ਨੂੰ ਸਜ਼ਾ ਮਿਲਦੀ ਸੀ। ਦੁਆਪਰ ਵੰਸ
ਨਰਕ ਸਮਾਏ। ਇਹ ਪਾਠ ਇਸ ਤਰ੍ਹਾਂ ਹੈ, ਦੁਆਪਰ ਵੰਸ ਨਰਕ ਸਮਾਏ। ਵੀ ਦੁਆਪਰ ਵਿੱਚ ਜਦੋਂ ਕੋਈ ਪਾਪ ਕਰਦਾ ਸੀ ਤਾਂ ਉਹਦੀ ਸਾਰੀ ਬੰਸ ਜਿਹੜੀ ਸੀ ਫੜ ਕੇ ਉਹਨੂੰ ਕੈਦ ਵਿੱਚ ਕੀਤਾ ਜਾਂਦਾ ਸੀ, ਉਹ ਨਰਕ ਦੇ ਵਿੱਚ ਪਾਈ ਜਾਂਦੀ ਸੀ। ਸੋ ਇਸ ਤਰ੍ਹਾਂ ਦਾ ਉਦੋਂ ਅਨਿਆਂ ਚੱਲਦਾ ਸੀ। ਜੋ ਫੇੜੈ ਸੋ ਫੜੀ ਦਾ, ਕਲ ਯੁਗ ਸੱਚਾ ਨਿਆਉ ਕਰਾਏ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੁਣ ਕਲਯੁਗ ਦੇ ਵਿੱਚ ਕੀ ਹੈ, ਜੋ ਫੇੜੈ, ਜੋ ਪਾਪ ਕਰਮ ਕਰਦਾ ਹੈ ਸੋ ਫੜੀ ਦਾ, ਉਸੇ ਨੂੰ ਫੜਿਆ ਜਾਂਦਾ ਹੈ। ਕਲਯੁਗ ਸੱਚਾ ਨਿਆਉ ਕਰਾਏ, ਅਤੇ ਕਲਯੁਗ ਦੇ ਵਿੱਚ ਸੱਚਾ ਨਿਆਂ ਕੀਤਾ ਵਾਹਿਗੁਰੂ ਪਰਮੇਸ਼ਰ ਨੇ। ਕਲਯੁਗ ਦੇ ਵਿੱਚ ਸੱਚਾ ਨਿਆਂ ਕੀਤਾ ਜਾਂਦਾ ਹੈ ਵੀ ਜਿਹੜਾ ਪਾਪ ਕਰਮ ਕਰੇਗਾ ਉਹ ਹੀ ਫੜਿਆ ਜਾਵੇਗਾ। ਸਤਿਯੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਊਤਮੋ ਜੁਗਾ ਮਾਹੇ। ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਹਿੰਦੇ ਸਤਿਯੁਗ ਅਤੇ ਤ੍ਰੇਤਾ ਅਤੇ ਦੁਆਪਰ ਇਹ ਯੁੱਗ ਜਿਹੜੇ ਕਹੇ ਜਾਂਦੇ ਹੈ, ਅਤੇ ਚੌਥਾ ਕਲਯੁਗ, ਕਲਯੁਗ ਊਤਮੋ ਜੁਗਾ ਮਾਹੇ। ਜਿਹੜਾ ਕਲਯੁਗ ਹੈ ਸਾਰੇ ਯੁੱਗਾਂ ਦੇ ਵਿੱਚੋਂ ਉੱਤਮ ਹੈ। ਕਿਉਂ? ਇਹ ਕਰ ਕਰੇ ਸੋ ਇਹ ਕਰ ਪਾਏ। ਇਸ ਹੱਥ ਦੇ ਨਾਲ ਬੰਦਾ ਕਰਮ ਕਰੇਗਾ, ਇਸੇ ਹੱਥ ਦੇ ਨਾਲ ਹੀ ਉਹਨੂੰ ਫਲ ਦੀ ਪ੍ਰਾਪਤੀ ਹੋਵੇਗੀ। ਕੋਏ ਨਾ ਪਕੜੀਐ ਕਿਸੇ ਥਾਏ, ਅਤੇ ਕੋਈ ਕਿਸੇ ਦੂਜੇ ਦੇ ਥਾਂ ਨਹੀਂ ਫੜਿਆ ਜਾਂਦਾ ਵੀ ਪਾਪ ਕੋਈ ਹੋਰ ਕਰੇ ਅਤੇ ਫਲ ਕਿਸੇ ਹੋਰ ਨੂੰ ਮਿਲੇਗਾ, ਐਸਾ ਨਹੀਂ ਹੈ। ਇਹ ਕਲਯੁਗ ਦੇ ਵਿੱਚ ਸੱਚਾ ਨਿਆਂ ਕੀਤਾ ਜਾਂਦਾ ਹੈ। ਜਿਹੜਾ ਪਾਪ ਕਰੇਗਾ ਉਹ ਹੀ ਫੜਿਆ ਜਾਵੇਗਾ। ਇਹ ਸਤਿਯੁਗ ਵਿੱਚ ਹੁੰਦਾ ਸੀ ਵੀ ਇੱਕ ਨੇ ਪਾਪ ਕੀਤਾ ਸਾਰਾ ਦੇਸ਼ ਪੀੜਿਆ ਜਾਂਦਾ ਸੀ, ਔਰ ਤ੍ਰੇਤੇ ਵਿੱਚ ਇੱਕ ਪਾਪ ਕਰਦਾ ਸੀ ਸਾਰੇ ਨਗਰ ਨੂੰ ਸਜ਼ਾ ਮਿਲਦੀ ਸੀ। ਦੁਆਪਰ ਦੇ ਵਿੱਚ ਕੋਈ ਪਾਪ ਕਰਦਾ ਸੀ ਉਹਦੀ ਬੰਸ ਸਾਰੀ ਜਿਹੜੀ ਕੁੱਲ ਹੁੰਦੀ ਹੈ ਨਾ ਉਹਨੂੰ ਸਜ਼ਾ ਮਿਲਦੀ ਸੀ। ਪਰ ਕਲਯੁਗ ਦਾ ਨਿਆਂ ਜਿਹੜਾ ਉਹ ਸੱਚਾ ਹੈ। ਸਤਿਯੁਗ ਸਤ ਤ੍ਰੇਤੈ ਜੱਗੀ, ਦੁਆਪਰ ਪੂਜਾ ਚਾਰ ਦਿੜਾਏ। ਸੋ ਸਤਿਯੁਗ ਦੇ ਵਿੱਚ ਸੱਚ ਬੋਲਣਾ ਇਹ ਦ੍ਰਿੜ ਕਰਵਾਇਆ ਜਾਂਦਾ ਸੀ। ਤ੍ਰੇਤੈ ਜੱਗੀ, ਅਤੇ ਤ੍ਰੇਤਾਂ ਦੇ ਵਿੱਚ ਯੱਗ ਇਤਿਆਦਿ ਕਰਮ ਕਰਨੇ ਇਹ ਦ੍ਰਿੜ ਕਰਵਾਇਆ ਜਾਂਦਾ ਸੀ। ਔਰ ਦੁਆਪਰ ਪੂਜਾ ਚਾਰ ਦਿੜਾਏ, ਅਤੇ ਦੁਆਪਰ ਦੇ ਵਿੱਚ ਠਾਕੁਰ ਪੂਜਾ ਇਤਿਆਦਿ ਕਰਤੱਵ ਕਰਨੇ ਇਹ ਦ੍ਰਿੜ ਕਰਵਾਏ ਜਾਂਦੇ ਸੀ। ਇੱਥੇ ਪਾਠ ਜੁਗਾ ਵੀ ਆਉਂਦਾ ਹੈ, ਸਤਿਯੁਗ ਸਤ ਤ੍ਰੇਤੈ ਜੁਗਾ। ਸੋ ਅਰਥ ਭਾਵ ਦੇ ਨਾਲ ਜੱਗੀ ਪਾਠ ਜਿਹੜਾ ਹੈ, ਕਿਉਂਕਿ ਤ੍ਰੇਤੇ ਵਿੱਚ ਯੱਗ ਇਤਿਆਦਿਕ ਦ੍ਰਿੜ ਕਰਵਾਉਂਦੇ ਸੀ। ਸੋ ਇਹੀ ਪਾਠ ਸ਼ੁੱਧ ਹੈ। ਸਤਿਯੁਗ ਸਤ ਤ੍ਰੇਤੈ ਜੱਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦ ਅਸੀਂ ਬਾਣੀ ਪੜ੍ਹਦੇ ਹਾਂ, ਸਤਿਯੁਗ ਸਤ ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਦਿੜੇ ਕਲ ਕੇਵਲ ਨਾਮ ਆਧਾਰ। ਤੋ ਇਹ ਯੁੱਗਾਂ ਦੇ ਵੱਖ ਵੱਖ ਜੋ ਕਰਮ ਹਨ ਦ੍ਰਿੜ ਕਰਵਾਏ ਜਾਂਦੇ ਸੀ ਸਾਰਿਆਂ ਨੂੰ। ਸੋ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਅੱਗੇ, ਕਲਯੁਗ ਨਾਉ ਆਰਾਧਨਾ, ਹੋਰ ਕਰਮ ਕਰ ਮੁਕਤ ਨਾ ਪਾਏ। ਕਲਯੁਗ ਦੇ ਵਿੱਚ ਨਾਮ ਸਿਮਰਨ ਕਰਨਾ ਹੀ ਦ੍ਰਿੜ ਕਰਵਾਇਆ ਜਾਂਦਾ ਹੈ। ਵਾਹਿਗੁਰੂ ਦਾ ਸਿਮਰਨ ਕਰਨਾ, ਕਲਯੁਗ ਨਾਉ ਆਰਾਧਨਾ, ਹੋਰ ਕਰਮ ਕਰ ਮੁਕਤ ਨਾ ਪਾਏ। ਹੋਰ ਕਰਮਾਂ ਦੇ ਕਾਰਨ ਕਰਕੇ ਮੁਕਤੀ ਨਹੀਂ ਪਾਈ ਜਾਂਦੀ। ਜਿਹੜਾ ਹੁਣ ਸਮਾਂ ਹੈ ਨਾ, ਇਹਦੇ ਵਿੱਚ ਸਿਰਫ ਨਾਮ ਦੀ ਪ੍ਰਧਾਨਤਾ ਹੈ, ਪਰਮੇਸ਼ਰ ਦੇ ਸਿਮਰਨ ਦੀ। ਹੋਰ ਜਿੰਨੇ ਮਰਜ਼ੀ ਬੰਦਾ ਕਰਮ ਧਰਮ ਕਰ ਲਵੇ, ਉਹਨਾਂ ਨੂੰ ਕਰਕੇ ਮੁਕਤ ਨਹੀਂ ਹੁੰਦਾ। ਵਾਹਿਗੁਰੂ ਦਾ ਸਿਮਰਨ ਕਰਕੇ ਹੀ ਮੁਕਤੀ ਮਿਲਦੀ ਹੈ। ਜੁਗ ਜੁਗ ਲੁਣੀਐ ਬੀਜਿਆ, ਪਾਪ ਪੁੰਨ ਕਰ ਦੁੱਖ ਸੁਖ ਪਾਏ। ਸੋ ਜੁਗਾਂ ਜੁਗਾਂ ਦੇ ਵਿੱਚ ਲੁਣੀਐ ਬੀਜਿਆ, ਜੋ ਬੰਦਾ ਬੀਜਦਾ ਸੀ ਉਹ ਵੱਢਦਾ ਸੀ, ਪਾਪ ਪੁੰਨ ਕਰਦਾ ਸੀ ਉਹਦਾ ਫਲ ਦੁੱਖ ਅਤੇ ਸੁੱਖ ਪ੍ਰਾਪਤ ਕਰਦਾ ਸੀ। ਸੋ ਜਿਵੇਂ ਦੇ ਕਰਮ ਕਰਦਾ ਸੀ ਉਵੇਂ ਦਾ ਉਹਨੂੰ ਫਲ ਮਿਲਦਾ ਸੀ। ਕਲਯੁਗ ਚਿਤਵੈ ਪੁੰਨ ਫਲ, ਪਾਪਹੁ ਲੇਪ ਅਧਰਮ ਕਮਾਏ। ਕਲਯੁਗ ਦੇ ਵਿੱਚ ਕੀ ਹੈ, ਜੇ ਬੰਦੇ ਨੇ ਮਨ ਵਿੱਚ ਚਿਤਵ ਲਿਆ ਪੁੰਨ ਕਰਨਾ ਤਾਂ ਉਹਨੂੰ
ਫਲ ਮਿਲ ਜਾਂਦਾ ਹੈ। ਕਲਯੁਗ ਦੇ ਵਿੱਚ ਇਹ ਬੰਦਾ ਸਮਰੱਥਾ ਨਹੀਂ ਅਤੇ ਮਨ ਵਿੱਚ ਚਾਹੁੰਦਾ ਹੈ ਮੈਂ ਪੁੰਨ ਕਰਾਂ, ਭਲਾ ਕਰਾਂ, ਪਰਉਪਕਾਰ ਕਰਾਂ, ਤਾਂ ਉਹਦਾ ਫਲ ਉਹਨੂੰ ਮਿਲ ਜਾਂਦਾ ਹੈ, ਕਿਉਂਕਿ ਬੰਦੇ ਦੀ ਨੀਅਤ ਸਾਫ਼ ਹੈ। ਅਤੇ ਜਿਹਦੀ ਨੀਅਤ ਸਾਫ਼ ਹੋਵੇ, ਪਰਮਾਤਮਾ ਉਹਦੇ 'ਤੇ ਬੜੀ ਬਖਸ਼ਿਸ਼ ਰਹਿਮਤ ਕਰਦਾ ਹੈ। ਇਸੇ ਲਈ ਮਹਾਰਾਜ ਜੀ ਬਚਨ ਕਰਦੇ ਨੇ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਬੰਦਿਆ ਪਰਾਏ ਦਾ ਬੁਰਾ ਨਾ ਲੋਚੀ, ਤੈਨੂੰ ਕੋਈ ਦੁੱਖ ਨਹੀਂ ਪ੍ਰਾਪਤ ਹੋਵੇਗਾ। ਸੋ ਭਲਾ ਚਿਤਵਣਾ ਹੈ ਆਪਣੇ ਮਨ ਦੇ ਵਿੱਚ। ਸੋ ਕਲਯੁਗ ਦੇ ਵਿੱਚ ਜਦੋਂ ਬੰਦਾ ਮਨ ਵਿੱਚ ਸੋਚ ਲੈਂਦਾ ਪੁੰਨ ਕਰਨਾ, ਤਾਂ ਉਹਦਾ ਫਲ ਉਹਨੂੰ ਪ੍ਰਾਪਤ ਹੋ ਜਾਂਦਾ ਹੈ। ਪਾਪਹੁ ਲੇਪ ਅਧਰਮ ਕਮਾਏ, ਅਤੇ ਪਾਪ ਦਾ ਲੇਪ ਉਦੋਂ ਲੱਗਦਾ ਹੈ ਜਦੋਂ ਬੰਦਾ ਅਧਰਮ ਕਮਾਉਂਦਾ ਹੈ, ਸਰੀਰ ਕਰਕੇ ਪਾਪ ਕਰਦਾ ਹੈ, ਉਦੋਂ ਉਸ ਨੂੰ ਪਾਪ ਦਾ ਲੇਪ ਲੱਗਦਾ, ਭਾਵ ਫਿਰ ਉਹਦਾ ਫਲ ਜਿਹੜਾ ਨਾ ਦੁੱਖ ਮਿਲਦਾ ਹੈ। ਗੁਰਮੁਖ ਸੁਖ ਫਲ ਆਪ ਗਵਾਏ। ਸੋ ਗੁਰਮੁਖਾਂ ਨੂੰ ਸੁਖ ਫਲ ਦੀ ਪ੍ਰਾਪਤੀ ਹੋਈ ਹੈ। ਸਿਮਰਨ ਕਰਕੇ ਗੁਰਮੁਖਾਂ ਨੇ ਆਪਾ ਭਾਵ ਗਵਾ ਲਿਆ ਹੈ। ਮੈਂ ਮੇਰੀ ਨੂੰ ਦੂਰ ਕਰਕੇ ਉੱਚੀ ਪਦਵੀ 'ਤੇ ਗੁਰਮੁਖ ਪਿਆਰੇ ਪਹੁੰਚੇ ਹੈ। ਸੋ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ, 17ਵੀਂ ਪੌੜੀ ਦੇ ਵਿੱਚ ਪਿਛਲੇ ਯੁੱਗਾਂ ਦਾ ਅਨਿਆਂ ਦੱਸ ਕੇ ਅਤੇ ਅੱਜ ਕੱਲ੍ਹ ਦਾ ਜੋ ਕਲਯੁੱਗ ਦਾ ਨਿਆਂ ਦੱਸਦੇ ਹੈ। ਸੋ ਭਾਵ ਪਿਛਲੇ ਯੁੱਗਾਂ ਦੇ ਵਿੱਚ ਕੋਈ ਇੱਕ ਸਜ਼ਾ, ਇੱਕ ਪਾਪ ਕਰਦਾ ਸੀ, ਹੋਰਾਂ ਨੂੰ ਵੀ ਉਹਦਾ ਫਲ ਮਿਲਦਾ ਸੀ, ਸਜ਼ਾ ਮਿਲਦੀ ਸੀ। ਪਰ ਕਲਯੁੱਗ ਦਾ ਇਹ ਹੈ ਵੀ ਜਿਹੜਾ ਪਾਪ ਕਰਦਾ ਸਜ਼ਾ ਉਸੇ ਨੂੰ ਹੀ ਮਿਲਦੀ ਹੈ। 18ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਹੈ, ਸਤਿਯੁਗ ਦਾ ਅਨਿਆਓ ਵੇਖ, ਧੌਲ ਧਰਮ ਹੋਵਾ ਉਡੀਣਾ। ਸਤਿਯੁਗ ਦਾ ਅਨਿਆਂ ਵੇਖ ਕੇ ਧਰਮ ਰੂਪੀ ਧੌਲ ਜੋ ਬੈਲ ਸੀ ਨਾ, ਉਹ ਉਦਾਸ ਹੋ ਗਿਆ। ਹੁਣ ਜਿਹੜਾ ਧਰਮ, ਉਸ ਨੂੰ ਧੌਲ ਕਿਹਾ ਹੈ। ਜਿਵੇਂ ਬਲਦ ਦੇ, ਬੈਲ ਦੇ 4 ਪੈਰ ਹੁੰਦੇ ਹੈ, ਇਸੇ ਤਰ੍ਹਾਂ ਚੌਹਾਂ ਯੁੱਗਾਂ ਦੇ ਵਿੱਚ ਲੋਕ ਜਿਹੜੇ ਹੈ ਉਹ ਵੱਖ-ਵੱਖ ਕਰਮ ਕਰਦੇ ਰਹੇ ਹੈ। ਸਤ, ਤਪ, ਦਇਆ ਅਤੇ ਦਾਨ, ਇਹ 4 ਪੈਰ ਨੇ ਧਰਮ ਦੇ। ਸਤਿਯੁਗ ਵਿੱਚ 4 ਪੈਰ ਕਾਇਮ ਸੀ। ਫਿਰ ਉਸ ਤੋਂ ਅੱਗੇ ਤ੍ਰੇਤੇ ਦੇ ਵਿੱਚ 1 ਪੈਰ ਚਲਿਆ ਗਿਆ, 3 ਪੈਰ ਰਹਿ ਗਏ। ਦੁਆਪਰ ਵਿੱਚ 2 ਪੈਰ ਰਹਿ ਗਏ ਅਤੇ ਕਲਯੁੱਗ ਦੇ ਵਿੱਚ 1 ਪੈਰ ਹੀ ਧਰਮ ਦਾ ਰਹਿ ਗਿਆ। ਲੋਕੀ ਦਾਨ ਕਰਕੇ ਸਮਝਦੇ ਵੀ ਅਸੀਂ ਬਸ ਸਾਡੀ ਮੁਕਤੀ ਹੈ। ਸੋ ਇਸ 18ਵੀਂ ਪੌੜੀ ਦੇ ਵਿੱਚ ਧਰਮ ਨੂੰ ਧੌਲ ਕਿਹਾ, ਬੈਲ ਕਿਹਾ। ਸੋ ਜਿਹੜਾ ਧਰਮ ਰੂਪ ਬੈਲ ਹੈ ਨਾ, ਇਹਨੇ ਸਤਿਯੁਗ ਦਾ ਅਨਿਆਂ ਵੇਖਿਆ। ਅਨਿਆਂ ਕੀ ਵੀ ਇੱਕ ਕਰਮ ਕਰਦਾ ਸੀ, ਇੱਕ ਨੇ ਪਾਪ ਕੀਤਾ, ਸਾਰੇ ਦੇਸ਼ ਨੂੰ ਸਜ਼ਾ ਮਿਲਦੀ ਸੀ ਬਰਾਬਰ ਦੀ। ਤੋ ਇਹ ਅਨਿਆਂ ਸੀ। ਸਤਿਯੁਗ ਦੇ ਵਿੱਚ ਅਨਿਆਂ ਵੇਖ ਕੇ ਜਿਹੜਾ ਧਰਮ ਰੂਪ ਧੌਲ ਹੈ ਉਹ ਉਦਾਸ ਹੋ ਗਿਆ। ਸੁਰਪਤ ਨਰਪਤ ਚੱਕਰ ਵੈ, ਰੱਖ ਨ ਹੰਗਨ ਬਲ ਮਤ ਹੀਣਾ। ਸੁਰਪਤ ਦੇਵਤਿਆਂ ਦਾ ਪਤੀ ਇੰਦਰ, ਨਰਪਤ ਨਰਾਂ ਦਾ ਪਤੀ ਰਾਜਾ, ਭਾਵ ਰਾਜੇ ਜਿਹੜੇ ਸੰਸਾਰੀ ਰਾਜੇ। ਇੰਦਰ ਸੰਸਾਰੀ ਰਾਜੇ ਅਤੇ ਚੱਕਰਵੈ ਜਿਹੜੇ ਚੱਕਰਵਰਤੀ ਪਾਤਸ਼ਾਹ ਸਨ। ਰੱਖ ਨਾ ਹੰਗਨ, ਕੋਈ ਵੀ ਧਰਮ ਨਹੀਂ ਰੱਖ ਸਕਿਆ। ਧਰਮ ਦੇ ਵਿੱਚ ਕੋਈ ਵੀ ਪੂਰਾ ਨਹੀਂ ਉਤਰਿਆ। ਇੰਦਰ ਵਰਗੇ ਅਹਿਲਿਆ ਦਾ ਸਤ ਭੰਗ ਕੀਤਾ। ਹੋਰ ਰਾਜਿਆਂ ਦੀਆਂ ਬੜੀਆਂ ਕਹਾਣੀਆਂ ਨੇ ਜਿਹੜੇ ਧਰਮ ਤੋਂ ਡਿੱਗ ਗਏ। ਸੋ ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਰਾਜਿਆਂ ਦੇ ਵਿੱਚੋਂ ਕੋਈ ਵੀ ਧਰਮ ਨਹੀਂ ਰੱਖ ਸਕਿਆ। ਬਲ ਮਤ ਹੀਣਾ, ਜਿਸ ਕਰਕੇ ਧਰਮ ਰੂਪ ਧੌਲ ਬਲ ਅਤੇ ਮਤ ਤੋਂ ਹੀਣਾ ਹੋ ਗਿਆ, ਖਾਲੀ ਹੋ ਗਿਆ। ਤ੍ਰੇਤੇ ਖਿਸਿਆ ਪੈਰ ਇੱਕ, ਹੋਮ ਜਗ ਜਗ ਥਾਪ ਪਤੀਣਾ। ਫਿਰ ਜਦੋਂ ਤ੍ਰੇਤਾ ਆਇਆ ਸਤਿਯੁਗ ਤੋਂ ਬਾਅਦ,
ਤ੍ਰੇਤੇ ਦੇ ਵਿੱਚ ਇੱਕ ਪੈਰ ਸੀ ਨਾ ਜਿਹੜਾ ਧਰਮ ਦਾ, ਉਹ ਚਲਿਆ ਗਿਆ। ਧਰਮ ਰੂਪੀ ਧੌਲ ਤਿੰਨਾਂ ਪੈਰਾਂ 'ਤੇ ਟਿਕਿਆ, ਸੱਤ ਚਲਿਆ ਗਿਆ, ਰਹਿ ਗਿਆ ਤਪ, ਦਇਆ ਅਤੇ ਦਾਨ। ਅਤੇ ਤ੍ਰੇਤੇ ਦੇ ਵਿੱਚ ਹੋਮ ਜਗ ਇਤਿਆਦਿਕ ਲੋਕ ਕਰਕੇ ਸੰਸਾਰ ਵਿੱਚ ਤੇ ਪਤੀਣਾ ਖੁਸ਼ ਹੁੰਦੇ ਸੀ। ਦੁਆਪਰ ਦੋਏ ਪਗ ਧਰਮ ਦੇ, ਪੂਜਾ ਚਾਰ ਪਖੰਡ ਅਲੀਣਾ। ਅਤੇ ਦੁਆਪਰ ਦੇ ਵਿੱਚ ਦੋ ਪੈਰ ਹੀ ਰਹਿ ਗਏ ਧਰਮ ਦੇ, ਸਤ ਵੀ ਗਿਆ, ਤਪ ਵੀ ਗਿਆ, ਦਇਆ ਅਤੇ ਦਾਨ ਹੀ ਰਹਿ ਗਏ। ਬਸ ਇਹੀ ਦੋ ਕਰਕੇ ਲੋਕ ਸਮਝਦੇ ਸੀ ਸਾਡੀ ਮੁਕਤੀ ਹੋ ਜਾਣੀ ਹੈ। ਸੋ ਦੁਆਪਰ ਵਿੱਚ ਧਰਮ ਦੇ ਦੋ ਪੈਰ ਰਹਿ ਗਏ ਅਤੇ ਲੋਕਾਂ ਨੂੰ ਪੂਜਾ ਦੇ ਕਰਤੱਵ ਦ੍ਰਿੜ ਕਰਵਾਏ ਜਾਂਦੇ ਸੀ, ਪੱਥਰ ਪੂਜਾ ਕਰਵਾਈ ਜਾਂਦੀ ਸੀ। ਸੋ ਇਸ ਪਖੰਡ ਦੇ ਵਿੱਚ ਜਿਹੜੇ ਆ ਨਾ ਸਾਰੇ ਲੱਗੇ ਰਹੇ। ਸੋ ਪੂਜਾ ਦੇ ਕਰਤੱਵਾਂ ਨੂੰ ਕਰਨ ਦੇ ਵਿੱਚ ਹੀ ਲੋਕ ਮਸਤ ਹੁੰਦੇ ਰਹੇ। ਅਲੀਣਾ ਤੋਂ ਭਾਵ ਮਸਤ ਹੋਣਾ। ਕਲਯੁਗ ਰਹਿਆ ਪੈਰ ਇੱਕ, ਹੋਏ ਨਿਮਾਣਾ ਧਰਮ ਅਧੀਣਾ। ਕਲਯੁਗ ਆਇਆ, ਕਲਯੁਗ ਦੇ ਵਿੱਚ ਧਰਮ ਦਾ ਇੱਕ ਪੈਰ ਹੀ ਰਹਿ ਗਿਆ, ਦਾਨ। ਸਤ ਵੀ ਚਲਿਆ ਗਿਆ, ਤਪ ਵੀ ਗਿਆ, ਦਇਆ ਵੀ ਗਈ। ਇੱਕ ਪੈਰ ਮਤਲਬ ਹੁਣ ਇੱਕ ਪੈਰ ਦੇ ਉੱਤੇ ਬੈਲ ਥੋੜ੍ਹੀ ਖੜਾ ਹੋਵੇਗਾ। ਧਰਮ ਜਿਹੜਾ ਨਾ ਉਹ ਇਸ ਇੱਕ ਸਾਧਨ ਕਰਕੇ ਨਹੀਂ ਖਲੋਤਾ ਰਹਿ ਸਕਦਾ। ਕਲਯੁਗ ਰਹਿਆ ਪੈਰ ਇੱਕ, ਹੋਏ ਨਿਮਾਣਾ ਧਰਮ ਅਧੀਣਾ। ਕਲਯੁਗ ਦੇ ਵਿੱਚ ਸਿਰਫ ਦਾਨ ਕਰਨ ਨੂੰ ਹੀ ਲੋਕਾਂ ਨੇ ਵੱਡਾ ਕਰਮ ਸਮਝਿਆ, ਇਹੀ ਵੱਡਾ ਸਾਧਨ ਸਮਝਿਆ ਵੀ ਅਸੀਂ ਦਾਨ ਕਰਾਂਗੇ ਅਤੇ ਸਾਡੀ ਮੁਕਤੀ ਹੋ ਜਾਏਗੀ। ਇਸੇ ਕਾਰਨ ਕਰਕੇ ਤੁਸੀਂ ਵੇਖੋ ਲੋਕ ਜਿਹੜੇ ਸਾਰਾ ਕੁਝ ਦਾਨ ਕਰ ਦਿੰਦੇ ਸੀ, ਆਪ ਖਾਲੀ ਬਹਿ ਜਾਂਦੇ ਸੀ। ਮਨ ਵਿੱਚ ਇਹ ਸੀ ਵੀ ਅਸੀਂ ਮੁਕਤ ਹੋ ਜਾਵਾਂਗੇ। ਸੋ ਕਲਯੁਗ ਵਿੱਚ ਧਰਮ ਰੂਪੀ ਧੌਲ ਇੱਕ ਪੈਰ ਉਹਦਾ ਰਹਿ ਗਿਆ ਅਤੇ ਧਰਮ ਰੂਪੀ ਧੌਲ ਨਿਮਾਣਾ ਹੋ ਗਿਆ, ਅਧੀਣਾ ਉਹ ਬੇਵਸ ਹੋ ਗਿਆ। ਮਾਣ ਨਿਮਾਣੈ ਸਤਿਗੁਰੂ, ਸਾਧ ਸੰਗਤ ਪ੍ਰਗਟ ਪਰਬੀਣਾ। ਫਿਰ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ। ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਦੇ ਵਿੱਚ ਆ ਕੇ ਸਾਧ ਸੰਗਤ ਕਾਇਮ ਕੀਤੀ ਅਤੇ ਪਰਬੀਣਾ ਅੰਤਰਜਾਮੀ ਸਤਿਗੁਰੂ ਨੇ ਸਾਧ ਸੰਗਤ 'ਤੇ ਕਾਇਮ ਕੀਤੀ। ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਧਰਮ ਦੇ ਜਿਹੜੇ ਚਾਰ ਪੈਰ ਨੇ ਨਾ ਗੁਰਮਤਿ ਅਨੁਸਾਰ ਸਤਿਗੁਰੂ ਨੇ ਉਹ ਕਾਇਮ ਕੀਤੇ ਨੇ। ਪਰਬੀਣਾ ਦਾ ਭਾਵ ਤਤ ਮਿਥਿਆ ਅਤੇ ਉਸ ਨੂੰ ਨਿਖੇਰਨ ਵਾਲੀ ਜਿਹੜੀ ਸ੍ਰੇਸ਼ਟ ਰੀਤੀ ਹੈ ਸਤਿਗੁਰੂ ਨੇ ਉਹ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਮਹਾਰਾਜ ਨੇ ਪ੍ਰਗਟ ਕੀਤੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਲਿਖਦੇ ਹੈ, ਨਾਮ ਦਾਨ ਇਸ਼ਨਾਨ ਅਤੇ ਗਿਆਨ, ਇਹ ਚਾਰ ਪੈਰ ਧਰਮ ਦੇ ਸਤਿਗੁਰੂ ਨੇ ਕਾਇਮ ਕੀਤੇ। ਨਾਮ ਜਪਣਾ, ਦਾਨ ਕਰਨਾ, ਇਸ਼ਨਾਨ ਕਰਨਾ ਔਰ ਗੁਰੂ ਸ਼ਬਦ ਦਾ ਗਿਆਨ ਪ੍ਰਾਪਤ ਕਰਨਾ। ਸੋ ਇਹ ਚਾਰ ਪੈਰ ਧਰਮ ਦੇ ਸਤਿਗੁਰੂ ਪਾਤਸ਼ਾਹ ਨੇ ਕਾਇਮ ਕੀਤੇ, ਸਾਧ ਸੰਗਤ ਕਾਇਮ ਕੀਤੀ, ਜਿਸ ਸਾਧ ਸੰਗਤ ਦੇ ਵਿੱਚੋਂ ਗੁਰਮੁਖ ਜਨ ਮੁਕਤੀ ਦੀ ਦਾਤ ਪ੍ਰਾਪਤ ਕਰਦੇ ਹੈ। ਗੁਰਮੁਖ ਧਰਮ ਸਪੂਰਨ ਰੀਣਾ। ਸੋ ਇਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜੋ ਗੁਰਮੁਖ ਧਰਮ ਹੈ ਉਹ ਸੰਪੂਰਨ ਕੀਤਾ ਹੈ। ਰੀਣਾ ਜਿਹੜਾ ਮਿੱਟੀ ਹੋ ਚੁੱਕਾ ਸੀ ਨਾ ਧਰਮ, ਜੋ ਲੋਕਾਂ ਦੇ ਅੰਦਰੋਂ ਧਰਮ ਉੱਡ ਗਿਆ ਸੀ, ਧਰਮ ਦੀ ਗੱਲ ਨਹੀਂ ਸੀ ਰਹੀ, ਅਨਿਆਂ ਹੋ ਰਿਹਾ ਸੀ, ਸਤਿਗੁਰੂ ਪਾਤਸ਼ਾਹ ਜੀ ਨੇ ਉਸ ਧਰਮ ਨੂੰ ਆ ਕੇ ਸੰਪੂਰਨਤਾ ਬਖਸ਼ੀ। ਭਾਵ ਧਰਮ ਦੇ ਜਿਹੜੇ ਚਾਰੇ ਪੈਰ ਨੇ ਨਾ ਉਹ ਕਾਇਮ ਕੀਤੇ ਨੇ। ਮਤਲਬ ਗੁਣ, ਸਤਿਗੁਰੂ ਪਾਤਸ਼ਾਹ ਜੀ ਨੇ ਗੁਣਾਂ ਵਾਲਾ ਜੀਵਨ ਬਣਾਇਆ। ਧਰਮ ਜਿਹੜਾ ਸੀ ਨਿਮਾਣਾ ਹੋ ਗਿਆ ਸੀ, ਉਹਦੇ ਵਿੱਚ ਬਲ ਨਹੀਂ ਸੀ ਰਿਹਾ। ਸਤਿਗੁਰੂ ਨੇ ਪ੍ਰਗਟ ਹੋ ਕੇ ਚਾਰ ਪੈਰ ਧਰਮ ਦੇ ਕਾਇਮ ਕੀਤੇ ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਗੁਰਮੁਖਾਂ ਵਾਲਾ ਇਹ ਧਰਮ, ਇਹ ਪੰਥ ਚਲਾਇਆ, ਇਹ ਗੁਣਾਂ ਦੇ ਆਸਰੇ, ਗੁਣਾਂ ਦੇ ਪੈਰਾਂ ਦੇ ਉੱਤੇ ਖਲੋਤਾ ਹੈ। ਸਤ, ਸੰਤੋਖ, ਵਿਚਾਰ ਅਤੇ ਨਾਮ, ਇਹ ਵੀ ਚਾਰ ਪੈਰ ਵਿਦਵਾਨਾਂ ਨੇ ਧਰਮ ਦੇ ਗਿਣੇ ਹੈ।
ਸੋ ਇਹਦੇ 'ਤੇ ਹੀ ਇਹ ਧਰਮ ਖਲੋਤਾ ਹੋਇਆ ਹੈ। ਅਗਲੀ 19ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਗੁਰਮੁਖ ਪੰਥ ਚਲਾਇਆ ਹੈ। 4 ਵਰਨ ਇੱਕ ਵਰਨ ਕਰ, ਵਰਨ ਅਵਰਨ ਸਾਧ ਸੰਗ ਜਾਪੈ। ਜਿਹੜੇ 4 ਵਰਨ ਹਨ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਇਹਨਾਂ ਚੌਹਾਂ ਵਰਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਵਰਨ ਕਰ ਦਿੱਤਾ, ਭਾਵ ਗੁਰਸਿੱਖ ਬਣਾ ਦਿੱਤਾ। ਭਾਵੇਂ ਬ੍ਰਾਹਮਣ ਸੀ, ਖੱਤਰੀ ਸੀ, ਵੈਸ਼ ਸੀ, ਸ਼ੂਦਰ ਸੀ, ਉਹ ਸਿੱਖ ਬਣ ਗਿਆ ਗੁਰੂ ਦਾ। ਸੋ 4 ਵਰਨ ਜਿਹੜੇ ਨੇ ਨਾ, ਇੱਕ ਵਰਨ ਮਹਾਰਾਜ ਨੇ ਕਰ ਦਿੱਤੇ, ਗੁਰਸਿੱਖ ਬਣਾ ਦਿੱਤਾ। ਵਰਨ ਅਵਰਨ ਸਾਧ ਸੰਗ ਜਾਪੈ। ਭਾਵੇਂ ਵਰਨ ਹੋਵੇ ਭਾਵੇਂ ਅਵਰਨ ਹੋਵੇ, ਸਾਧ ਸੰਗਤ ਹੀ ਸਾਰੇ ਜਾਣੇ ਜਾਂਦੇ ਹੈ। ਕਿਉਂਕਿ ਉਦੋਂ ਜਿਹੜੇ ਸੀ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ, ਸੋ ਇਹਨਾਂ ਨੂੰ ਵਰਨ ਵਿੱਚ ਗਿਣਿਆ ਜਾਂਦਾ ਸੀ। ਔਰ ਇਹਨਾਂ ਤੋਂ ਬਾਹਰੇ ਵੀ ਹੁੰਦੇ ਸਨ ਜਿਨ੍ਹਾਂ ਨੂੰ ਅਵਰਨ ਕਿਹਾ ਜਾਂਦਾ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਜੋ ਸਾਧ ਸੰਗਤ ਕਾਇਮ ਕੀਤੀ, ਭਾਵੇਂ ਕੋਈ ਵਰਨ ਹੋਵੇ ਅਵਰਨ ਵਾਲਾ ਹੋਵੇ, ਉਹ ਸਾਧ ਸੰਗਤ ਦੇ ਵਿੱਚ ਹੀ ਗਿਣਿਆ ਜਾਂਦਾ ਹੈ। ਛਿਅ ਰੁਤੀ ਛਿਅ ਦਰਸਨਾ, ਗੁਰਮੁਖ ਦਰਸ਼ਨ ਸੂਰਜ ਥਾਪੈ। 6 ਰੁੱਤਾਂ ਰੂਪ 6 ਦਰਸ਼ਨ ਸਨ। 6 ਧਰਮਾਂ ਦੇ ਲੋਕ, ਜੋਗੀ, ਜੰਗਮ, ਸਰੇਵੜੇ ਇਤਿਆਦਿਕ, ਇਹ ਜਿਹੜੇ 6 ਧਰਮਾਂ ਵਾਲੇ ਸੀ, ਇਹ 6 ਰੁੱਤਾਂ ਦੀ ਨਿਆਈ ਸੀ। ਗੁਰਮੁਖ ਦਰਸ਼ਨ ਸੂਰਜ ਥਾਪੈ, ਜੋ ਗੁਰਮੁਖਾਂ ਦਾ ਦਰਸ਼ਨ ਮਤ ਹੈ, ਗੁਰਮੁਖਾਂ ਦਾ ਧਰਮ ਹੈ, ਸਤਿਗੁਰੂ ਨੇ ਇਹ ਸੂਰਜ ਵੱਤ ਸਥਾਪਿਤ ਕੀਤਾ ਹੈ। ਜਿਵੇਂ ਸੂਰਜ ਹੈ ਨਾ, ਉਹ ਕਿਸੇ ਨਾਲ ਵਿਤਕਰਾ ਨਹੀਂ ਕਰਦਾ, ਸਾਰਿਆਂ ਨੂੰ ਹੀ ਉਹ ਨਿੱਘ ਦਿੰਦਾ ਹੈ, ਧੁੱਪ ਸਾਰਿਆਂ ਦੇ ਘਰਾਂ ਉੱਤੇ ਕਰਦਾ ਹੈ। ਸੋ ਗੁਰਮੁਖਾਂ ਦਾ ਧਰਮ ਸੂਰਜ ਵਾਂਗ ਹੈ, ਪ੍ਰਕਾਸ਼ ਵਾਲਾ, ਚਾਨਣ ਦੇਣ ਵਾਲਾ, ਭਾਵ ਗਿਆਨਵਾਨ ਇਹ ਧਰਮ ਹੈ। 12 ਪੰਥ ਮਿਟਾਏ ਕੈ, ਗੁਰਮੁਖ ਪੰਥ ਵੱਡਾ ਪ੍ਰਤਾਪੈ। 12 ਪੰਥਾਂ ਦਾ ਝਗੜਾ ਮੁਕਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ। ਜੋਗੀਆਂ ਦੇ 12 ਪੰਥ ਸਨ, ਆਈ ਪੰਥ ਇਤਿਆਦਿਕ, ਮਤਲਬ ਉਹਨਾਂ ਦੇ 12 ਫਿਰਕੇ ਸੀ। ਜੋਗੀਆਂ ਦੇ ਵਿੱਚ ਵੱਖ-ਵੱਖ ਉਹਨਾਂ ਦੇ ਵਿੱਚ ਮਤ ਭੇਦ ਸੀ। ਸਤਿਗੁਰੂ ਨੇ ਇਹਨਾਂ 12 ਪੰਥਾਂ ਦਾ, ਜੋਗੀਆਂ ਦਾ ਝਗੜਾ ਮੁਕਾ ਕੇ ਅਤੇ ਗੁਰਮੁਖ ਪੰਥ ਵੱਡੇ ਪ੍ਰਤਾਪ ਵਾਲਾ ਸਤਿਗੁਰੂ ਨੇ ਬਣਾਇਆ ਹੈ, ਸਥਾਪਿਤ ਕੀਤਾ ਹੈ। ਵੇਦ ਕਤੇਬਹੁ ਬਾਹਰਾ, ਅਨਹਦ ਸ਼ਬਦ ਅਗੰਮ ਅਲਾਪੈ। ਅਤੇ ਇਹ ਜਿਹੜਾ ਗੁਰਮੁਖ ਪੰਥ ਸਤਿਗੁਰੂ ਪਾਤਸ਼ਾਹ ਨੇ ਬਣਾਇਆ ਹੈ, ਇਹ ਵੇਦਾਂ ਅਤੇ ਕਤੇਬਾਂ ਤੋਂ ਬਾਹਰ ਹੈ। ਵੇਦਾਂ ਦੇ ਵਿੱਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਇਹਨਾਂ ਦੀ ਗੱਲ ਕੀਤੀ ਹੈ। ਔਰ 4 ਕਤੇਬਾਂ ਉਹਦਾਂ ਦੇ ਵਿੱਚ ਵੀ 4 ਮਜ਼ਹਬ ਜਿਹੜੇ ਨੇ, ਸੀਆ, ਸੁੰਨੀ, ਰਾਫਜੀ, ਇਮਾਮ ਸਾਫੀ, ਇਹਨਾਂ ਦੀ ਗੱਲ ਕੀਤੀ ਹੈ। ਸਤਿਗੁਰੂ ਪਾਤਸ਼ਾਹ ਦਾ ਇਹ ਗੁਰਮੁਖ ਪੰਥ ਵੇਦ ਕਤੇਬ ਇਹਦੇ ਤੋਂ ਬਾਹਰਾ ਹੈ। ਸੋ ਅਨਹਦ ਸ਼ਬਦ ਅਗੰਮ ਅਲਾਪੈ, ਇੱਕ ਰਸ ਜੋ ਅਨਹਦ ਸ਼ਬਦ ਹੈ, ਉਹਦੇ ਰਾਹੀਂ ਅਗੰਮ ਜੋ ਅਕਾਲ ਪੁਰਖ ਹੈ ਨਾ, ਉਹਦਾ ਅਲਾਪ ਕਰਦੇ ਹੈ ਗੁਰਮੁਖ, ਉਹਦਾ ਉਚਾਰਨ ਕਰਦੇ ਹੈ, ਉਹਦਾ ਨਾਮ ਜਪਦੇ ਹੈ। ਪੈਰੀ ਪੈ ਪਾ ਖਾਕ ਹੋਏ, ਗੁਰ ਸਿੱਖਾਂ ਰਹਿ ਰਾਸ ਪਛਾਪੈ। ਅਤੇ ਜਿਹੜੇ ਗੁਰਮੁਖ ਪਿਆਰੇ ਹੈ, ਉਹ ਪੈਰੀਂ ਪੈ ਕੇ ਗੁਰੂ ਦੇ ਚਰਨੀ ਲੱਗ ਕੇ, ਗੁਰਸਿੱਖਾਂ ਦੇ ਚਰਨੀ ਲੱਗ ਕੇ ਪਾ ਖਾਕ ਹੋਏ, ਚਰਨ ਧੂੜ ਬਣਦੇ ਹੈ। ਗੁਰਸਿੱਖਾਂ ਰਹਿ ਰਾਸ ਪਛਾਪੈ, ਇਹ ਗੁਰਸਿੱਖਾਂ ਦੀ ਰਾਹੋ ਰੀਤ ਪਛਾਣੀ ਜਾਂਦੀ ਹੈ। ਗੁਰਮੁਖ ਜਿਹੜੇ ਆ ਨਾ, ਗੁਰਮੁਖ ਪੰਥ ਵਿੱਚ ਗੁਰੂ ਕੇ ਪਿਆਰੇ ਸਿੱਖ, ਉਹ ਨਿਮਰਤਾ ਧਾਰਨ ਕਰਦੇ, ਚਰਨੀ ਲੱਗ ਕੇ, ਚਰਨ ਧੂੜ ਬਣ ਕੇ ਆਪਣੇ ਆਪ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਕੇ ਨਿਮਾਣਾ ਬਣਾ ਕੇ ਰੱਖਦੇ ਹੈ। ਇਹ ਗੁਰਸਿੱਖਾਂ ਦੀ ਰਾਹੋ ਰੀਤ ਪਛਾਣੀ ਜਾਂਦੀ ਹੈ। ਮਾਇਆ ਵਿੱਚ ਉਦਾਸ ਕਰ, ਆਪ ਗਵਾਏ ਜਪੈ ਅਜਾਪੈ। ਫਿਰ ਗੁਰਸਿੱਖ ਜਿਹੜੇ ਹੈ, ਉਹ ਮਾਇਆ ਦੇ ਵਿੱਚ ਉਦਾਸ ਰਹਿੰਦੇ ਹੈ, ਆਪਣੇ ਆਪ ਨੂੰ ਮਾਇਆ ਤੋਂ ਉਪਰਾਮ ਨਿਰਲੇਪ ਰੱਖਦੇ ਹੈ, ਅਤੇ ਆਪਾ ਭਾਵ ਗਵਾ ਕੇ
ਅਜੱਪਾ ਜਾਪ ਦੇ ਰਾਹੀਂ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੇ ਹੈ। ਲੰਘ ਨਿਕਥੈ ਵਰੈ ਸਰਾਪੈ, ਤੇ ਵਰ ਤੇ ਸਰਾਪ ਤੋਂ ਇਹ ਜਿਹੜਾ ਗੁਰਮੁਖਾਂ ਦਾ ਪੰਥ ਹੈ ਨਾ, ਇਹ ਅੱਗੇ ਲੰਘ ਗਿਆ ਹੈ। ਨਿਕਥੈ ਵਰਾਂ ਸਰਾਪਾਂ ਨੂੰ ਛੱਡ ਕਰਕੇ ਸੋ ਅੱਗੇ ਨਿਕਲ ਗਿਆ ਹੈ। ਵਰ ਜਿਹੜੇ ਗੁਰਸਿੱਖ ਨੇ ਨਾ ਉੱਚ ਪਦਵੀ 'ਤੇ ਪਹੁੰਚੇ ਹੋਏ, ਉਹ ਗੁੱਸੇ ਵਿੱਚ ਆ ਕੇ ਕਿਸੇ ਨੂੰ ਸਰਾਪ ਨਹੀਂ ਦਿੰਦੇ, ਨਾ ਕਿਸੇ ਨੂੰ ਵਰ ਦਿੰਦੇ ਹੈ। ਸੋ ਵਰ ਸਰਾਪ ਤੋਂ ਉਹ ਅੱਗੇ ਲੰਘ ਗਏ, ਪ੍ਰਭੂ ਦੇ ਨਾਮ ਸਿਮਰਨ ਦੇ ਵਿੱਚ ਭਿੱਜੇ ਰਹਿੰਦੇ ਹੈ। ਸੋ ਐਸਾ ਗੁਰਮੁਖ ਪੰਥ ਹੈ ਜੋ ਗੁਰਸਿੱਖਾਂ ਨੇ ਅਪਣਾਇਆ ਹੈ, ਔਰ ਸਾਰੇ ਵਰਾਂ ਸਰਾਪਾਂ ਸਿੱਧੀਆਂ ਤੋਂ ਅੱਗੇ ਲੰਘਿਆ ਹੈ ਇਹ ਗੁਰਮੁਖ ਪੰਥ। 20ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੱਸਦੇ ਹੈ ਵੀ ਜਿਹੜੇ ਵੀ ਮੁਸਲਮਾਨ ਹੋਣ, ਜੋਗੀ ਜਾਂ ਹਿੰਦੂ, ਉਹ ਆਪਸ ਵਿੱਚ ਮਿਲਦੇ ਹੈ ਤਾਂ ਹਰੇਕ ਦਾ ਨਮਸਕਾਰ ਕਰਨ ਦਾ ਢੰਗ ਤਰੀਕਾ ਵੱਖੋ ਵੱਖਰਾ ਹੈ। ਗੁਰਸਿੱਖ ਜਦੋਂ ਮਿਲਦੇ ਹੈ, ਭਾਈ ਗੁਰਦਾਸ ਸਾਹਿਬ ਦੇ ਵੇਲੇ ਤੱਕ ਉਦੋਂ ਪੈਰੀਂ ਪਵਣਾ ਆਖਦੇ ਸਨ, ਔਰ ਫਿਰ ਕਲਗੀਧਰ ਮਹਾਰਾਜ ਜੀ ਨੇ ਵੱਡੀ ਰਹਿਮਤ ਕੀਤੀ। ਚਰਨ ਪਾਹੁਲ ਨੂੰ ਮਹਾਰਾਜ ਨੇ ਖੰਡੇ ਦੇ ਅੰਮ੍ਰਿਤ ਦੇ ਵਿੱਚ ਬਦਲਿਆ, ਖੰਡੇ ਦੀ ਪਾਹੁਲ ਵਿੱਚ ਲੈ ਆਂਦਾ, ਔਰ ਫਿਰ ਗੁਰਸਿੱਖਾਂ ਨੂੰ ਮਿਲਣ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਖਸ਼ਿਸ਼ ਕੀਤੀ। ਕੋਈ ਵੀ ਹੋਵੇ ਰਾਜਾ ਰੰਕ, ਸਾਰੇ ਹੀ ਬਰਾਬਰ ਨੇ ਗੁਰਸਿੱਖੀ ਦੇ ਵਿੱਚ। ਮਿਲਦੇ ਮੁਸਲਮਾਨ ਦੋਏ, ਮਿਲ ਮਿਲ ਕਰਨ ਸਲਾਮਾਂ ਲੇਕੀ। ਸੋ ਭਾਈ ਗੁਰਦਾਸ ਜੀ ਦੱਸਦੇ, ਜਦੋਂ ਦੋ ਮੁਸਲਮਾਨ ਆਪਸ ਵਿੱਚ ਮਿਲਦੇ ਹੈ ਤਾਂ ਉਹ ਮਿਲ ਕੇ ਸਲਾਮਾਂ ਲੇਕੀ ਕਰਦੇ ਹੈ, ਸਲਾਮਾਂ ਲੈਕਮ, ਦੂਜਾ ਕਹਿੰਦਾ ਵਾਲੇਕਮ ਸਲਾਮ। ਸੋ ਇਸ ਤਰ੍ਹਾਂ ਉਹ ਆਪਸ ਵਿੱਚ ਮਿਲ ਕੇ ਸਲਾਮ ਕਰਦੇ ਹੈ। ਜੋਗੀ ਕਰਨ ਆਦੇਸ ਮਿਲ, ਆਦਿ ਪੁਰਖ ਆਦੇਸ ਵਿਸੇਖੀ। ਜੋਗੀ ਲੋਕ ਜਦੋਂ ਆਪਸ ਵਿੱਚ ਮਿਲਦੇ ਉਹ ਆਦੇਸ ਕਹਿੰਦੇ ਹੈ। ਆਦੇਸ ਦਾ ਮਤਲਬ ਹੁੰਦਾ ਨਮਸਕਾਰ, ਆਦੇਸ ਕਹਿੰਦੇ ਹੈ। ਅਤੇ ਵਿਸ਼ੇਸ਼ ਕਰਕੇ ਫਿਰ ਜਿਹੜਾ ਦੂਜਾ ਸਾਹਮਣੇ ਜੋਗੀ ਹੁੰਦਾ ਉਹ ਕਹਿੰਦਾ ਹੈ ਆਦਿ ਪੁਰਖ ਆਦੇਸ, ਵੀ ਰੱਬ ਨੂੰ ਨਮਸਕਾਰ ਹੈ। ਸੰਨਿਆਸੀ ਕਰ ਓ ਨਮੋ, ਓ ਨਮ ਨਾਰਾਇਣ ਬਹੁ ਭੇਖੀ। ਅਤੇ ਜਿਹੜੇ ਸੰਨਿਆਸੀ ਲੋਕ ਨੇ ਉਹ ਜਦੋਂ ਆਪਸ ਵਿੱਚ ਮਿਲਦੇ ਹੈ ਤਾਂ ਉਹ ਓ ਨਮੋ ਕਹਿੰਦੇ ਹੈ, ਅਤੇ ਦੂਜਾ ਜਿਹੜਾ ਹੁੰਦਾ ਉਹ ਕਹਿੰਦਾ ਓ ਨਮੋ ਨਾਰਾਇਣ, ਓ ਨਮ ਨਾਰਾਇਣ। ਸੋ ਇਸ ਤਰ੍ਹਾਂ ਇਹ ਬਹੁਤੇ ਹੀ ਭੇਖਾਂ ਵਾਲੇ ਵੱਖ ਵੱਖ ਤਰ੍ਹਾਂ ਆਪਸ ਵਿੱਚ ਮਿਲਣ ਸਮੇਂ ਇਹ ਗੱਲਾਂ ਕਹਿੰਦੇ ਹੈ, ਮਿਲਣੀ ਕਰਦੇ ਹੈ। ਬਾਹਮਣ ਨੂੰ ਕਰ ਨਮਸਕਾਰ, ਕਰ ਆਸੀਰ ਵਚਨ ਮੋਹ ਦੇਖੀ। ਅਤੇ ਜਦੋਂ ਕੋਈ ਬ੍ਰਾਹਮਣ ਨੂੰ ਨਮਸਕਾਰ ਕਰਦਾ ਹੈ ਤਾਂ ਉਹ ਫਿਰ ਮੂੰਹ ਵੇਖ ਕਰਕੇ ਆਸ਼ੀਰਵਾਦ ਦਾ ਵਚਨ ਕਹਿੰਦਾ ਹੈ, ਉਹ ਅਸੀਸ ਦਾ ਵਚਨ ਕਹਿੰਦਾ ਜਦੋਂ ਕੋਈ ਬ੍ਰਾਹਮਣ ਨੂੰ ਮਿਲ ਕੇ ਉਹਨੂੰ ਨਮਸਕਾਰ ਕਰਦਾ ਹੈ। ਸੋ ਇਹ ਤਾਂ ਸੀ ਵੱਖ ਵੱਖ ਧਰਮਾਂ ਦੇ ਲੋਕ ਜਿਹੜੇ ਆਪਸ ਵਿੱਚ ਮਿਲਦੇ ਹੈ ਤਾਂ ਕੀ ਕਹਿੰਦੇ ਹੈ। ਪੈਰੀਂ ਪਵਣਾ ਸਤਿਗੁਰੂ, ਗੁਰ ਸਿੱਖਾਂ ਰਹਿ ਰਾਸ ਸਰੇਖੀ। ਸਰੇਖੀ ਦਾ ਮਤਲਬ ਉੱਤਮ। ਗੁਰ ਸਿੱਖਾਂ ਦੀ ਜਿਹੜੀ ਰਹੋ ਰੀਤ ਹੈ ਉਹ ਸ੍ਰੇਸ਼ਟ ਹੈ। ਪੈਰੀਂ ਪਵਣਾ ਸਤਿਗੁਰੂ, ਉਹ ਪੈਰੀਂ ਪਵਣਾ ਕਹਿੰਦੇ ਹੈ। ਗੁਰੂ ਕੇ ਸਿੱਖ ਜਦੋਂ ਮਿਲਿਆ ਕਰਦੇ ਸਨ, ਪੈਰੀਂ ਪੈ ਇਹ ਸ਼ਬਦ ਕਹਿਣਾ ਔਰ ਇੱਕ ਦੂਜੇ ਦਾ ਬਹੁਤ ਜ਼ਿਆਦਾ ਸਤਿਕਾਰ ਕਰਨਾ। ਸਤਿਗੁਰੂ ਪਾਤਸ਼ਾਹ ਨੇ ਇਹ ਉੱਤਮ ਰਹੁ ਰੀਤੀ ਜਿਹੜੀ ਹੈ ਨਾ ਗੁਰਸਿੱਖਾਂ ਦੇ ਵਿੱਚ ਪ੍ਰਚਲਿਤ ਕੀਤੀ ਹੈ। ਰਾਜਾ ਰੰਕ ਬਰਾਬਰੀ, ਬਾਲਕ ਬਿਰਧ ਨਾ ਭੇਦ ਨਿਮੇਖੀ। ਇੱਥੇ ਰਾਜਾ ਅਤੇ ਕੰਗਾਲ ਬਰਾਬਰ ਨੇ। ਜਦੋਂ ਵੀ ਜੇ ਰਾਜਾ ਗੁਰਸਿੱਖ ਹੈ, ਕੰਗਾਲ ਕੋਈ ਗਰੀਬ ਗੁਰਸਿੱਖ ਹੈ, ਉਹ ਆਪਸ ਵਿੱਚ ਮਿਲੇਗਾ। ਜੋ ਸਤਿਗੁਰੂ ਨੇ ਰਹੋ ਰੀਤੀ ਕਾਇਮ ਕੀਤੀ ਹੈ ਸੋ ਉਹਦੇ ਵਿੱਚ ਰਹਿ ਕਰਕੇ ਹੀ ਉਹ ਜੀਵਨ ਬਤੀਤ ਕਰਦਾ ਹੈ। ਸੋ ਭਾਈ ਗੁਰਦਾਸ ਜੀ ਦੇ ਵੇਲੇ ਪੈਰੀਂ ਪਵਣਾ ਗੁਰਸਿੱਖ ਕਿਹਾ ਕਰਦੇ ਸਨ ਇੱਕ ਦੂਜੇ ਨੂੰ, ਔਰ ਬਹੁਤ ਇੱਕ ਦੂਜੇ ਦਾ ਨਿਮਰਤਾ ਦੇ ਸਹਿਤ ਹੋ ਕੇ ਸਤਿਕਾਰ ਕਰਦੇ ਸੀ। ਫਿਰ ਕਲਗੀਧਰ ਜੀ ਨੇ ਇਸ ਪੈਰੀਂ ਪਵਣਾ ਨੂੰ
ਇੱਕ ਤਾਂ ਚਰਨ ਪਾਹੁਲ, ਜਦੋਂ ਤੱਕ ਅੰਮ੍ਰਿਤ ਸੰਚਾਰ ਨਹੀਂ ਸੀ ਹੋਇਆ, ਸਤਿਗੁਰੂ ਪਾਤਸ਼ਾਹ ਚਰਨਾਂ ਦਾ ਅੰਗੂਠਾ ਜਲ ਨੂੰ ਛਹਾਉਂਦੇ ਸਨ ਔਰ ਗੁਰਸਿੱਖ ਉਹਦਾ ਪਾਨ ਕਰਦੇ ਸੀ, ਗੁਰਸਿੱਖੀ ਨੂੰ ਧਾਰਨ ਕਰਦੇ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਨੂੰ ਗੁਰਿਆਈ ਬਖਸ਼ਣੀ ਸੀ, ਇਸ ਲਈ ਚਰਨ ਪਾਹੁਲ ਨੂੰ ਖੰਡੇ ਦੀ ਪਾਹੁਲ ਵਿੱਚ ਬਦਲਿਆ। ਅਤੇ ਨਾਲ ਹੀ ਸਤਿਗੁਰੂ ਨੇ ਪੈਰੀਂ ਪਵਨਾਂ ਦੀ ਥਾਂ 'ਤੇ ਫਤਿਹ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤੀ। ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੇ। ਤੋ ਉਦੋਂ ਪੈਰੀਂ ਪਵਣਾ ਕਹਿੰਦੇ ਸੀ, ਹੁਣ ਗੁਰਸਿੱਖ ਫਤਿਹ ਬੁਲਾਉਂਦੇ ਇੱਕ ਦੂਜੇ ਨੂੰ ਮਿਲਣ ਲੱਗਿਆਂ। ਔਰ ਹੁਣ ਚਰਨਾਮ੍ਰਿਤ ਨਹੀਂ, ਹੁਣ ਖੰਡੇ ਦੀ ਪਾਹੁਲ ਹੈ, ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਕੇ ਸਿੱਖ ਛਕਦੇ ਹੈ। ਸੋ ਇਹ ਰਾਜਾ ਰੰਕ ਬਰਾਬਰੀ, ਭਾਵੇਂ ਰਾਜਾ ਹੋਵੇ ਰੰਕ ਕੰਗਾਲ ਹੋਵੇ, ਸਾਰਿਆਂ ਵਾਸਤੇ ਬਰਾਬਰ ਦੀ ਮਰਿਆਦਾ ਹੈ। ਜਦੋਂ ਅੰਮ੍ਰਿਤ ਸੰਚਾਰ ਹੁੰਦਾ ਹੈ, ਭਾਵੇਂ ਕੰਗਾਲ ਹੋਵੇ ਭਾਵੇਂ ਰਾਜਾ ਹੋਵੇ, ਸੋ ਉੱਥੇ ਕੋਈ ਵੀ ਭੇਦ ਨਹੀਂ ਕੀਤਾ ਜਾਂਦਾ। ਬਾਲਕ ਬਿਰਧ ਨਾ ਭੇਦ ਨਮੇਖੀ, ਸੋ ਬਾਲਕ ਅਤੇ ਬਿਰਧ ਦੇ ਵਿੱਚ ਕੋਈ ਨਿਮਖ ਜਿੰਨਾ ਰੰਚਕ ਮਾਤਰ ਵੀ ਭੇਦ ਨਹੀਂ ਹੈ। ਸੋ ਸਤਿਗੁਰੂ ਨੇ ਸਾਰਿਆਂ ਨੂੰ ਬਰਾਬਰ ਰੱਖਿਆ ਹੈ। ਚੰਦਨ ਭਗਤਾਂ ਰੂਪ ਨਾ ਰੇਖੀ, ਭਗਤ ਜਿਹੜੇ ਨੇ ਪਰਮੇਸ਼ਰ ਦੇ ਪਿਆਰੇ ਚੰਦਨ ਰੂਪ ਹਨ। ਦੂਜੇ ਨੂੰ ਚੰਦਨ ਕਰਨ ਲੱਗਿਆਂ ਇਹ ਰੂਪ ਰੰਗ ਨਹੀਂ ਵੇਖਦੇ। ਸੋ ਜਿਵੇਂ ਚੰਦਨ ਦਾ ਸੁਭਾਅ ਹੈ ਸੁਗੰਧੀ ਦੇਣੀ, ਇਸੇ ਤਰ੍ਹਾਂ ਜਿਹੜੇ ਗੁਰਸਿੱਖ ਹਨ ਉਹ ਭਗਤੀ ਦੀ ਸੁਗੰਧੀ ਜਿਹੜੀ ਹੈ ਉਹ ਸਾਰਿਆਂ ਨੂੰ ਬਖਸ਼ਿਸ਼ ਕਰਦੇ ਹੈ। ਇਹ ਗੁਰਸਿੱਖਾਂ ਦਾ ਜੀਵਨ ਹੈ। ਸੋ 23ਵੀਂ ਵਾਰ ਦੀ ਅਖੀਰਲੀ 21ਵੀਂ ਪੌੜੀ ਹੈ। ਭਾਈ ਗੁਰਦਾਸ ਜੀ ਨੇ ਇਸ 21ਵੀਂ ਪੌੜੀ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ ਵੀ ਜਿਹੜਾ ਨਿਮਰਤਾ ਦਾ ਗੁਣ ਧਾਰਨ ਕਰ ਲੈਂਦਾ ਹੈ ਨਾ, ਉਹ ਵੱਡਾ ਹੈ, ਗੁਰੂ ਦੀਆਂ ਨਜ਼ਰਾਂ ਦੇ ਵਿੱਚ ਉਹ ਪ੍ਰਵਾਨ ਹੈ। ਸੋ ਦ੍ਰਿਸ਼ਟਾਂਤ ਦੇ ਕਰਕੇ ਭਾਈ ਗੁਰਦਾਸ ਨੇ ਸਮਝਾਇਆ ਹੈ, ਨੀਚਹੁ ਨੀਚ ਸਦਾਵਣਾ, ਗੁਰ ਉਪਦੇਸ਼ ਕਮਾਵੇ ਕੋਈ। ਸੋ ਨੀਚ ਤੋਂ ਨੀਚ ਆਪਣੇ ਆਪ ਨੂੰ ਸਦਾਉਣਾ ਚਾਹੀਦਾ ਹੈ, ਨੀਵੇਂ ਤੋਂ ਨੀਵਾਂ, ਵੱਡਾ ਨਹੀਂ ਬਣਨਾ ਚਾਹੀਦਾ, ਹੰਕਾਰ ਨਹੀਂ ਕਰਨਾ ਚਾਹੀਦਾ। ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ, ਹੇ ਪ੍ਰਭੂ ਮੈਨੂੰ ਦਾਸਾਂ ਦਾ ਦਾਸ ਅੱਗੇ ਉਹਨਾਂ ਦਾ ਸੇਵਕ ਬਣਾ ਲੈ। ਸੋ ਸੇਵਕਾਂ ਦਾ ਸੇਵਕ ਬਣ ਕੇ ਰਹਿਣਾ ਚਾਹੀਦਾ, ਨੀਵੇਂ ਤੋਂ ਨੀਵਾਂ ਆਪਣੇ ਆਪ ਨੂੰ ਸਦਵਾਉਣਾ ਚਾਹੀਦਾ ਹੈ। ਗੁਰ ਉਪਦੇਸ਼ ਕਮਾਵੇ ਕੋਈ, ਪਰ ਇਹ ਗੁਰੂ ਦਾ ਉਪਦੇਸ਼ ਕੋਈ ਵਿਰਲਾ ਹੀ ਕਮਾਉਂਦਾ ਹੈ। ਹਰ ਬੰਦਾ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੈ, ਉੱਚਾ ਕਹਾਉਂਦਾ ਹੈ, ਨੀਵਾਂ ਤਾਂ ਕੋਈ ਕਹਾਉਂਦਾ ਨਹੀਂ। ਕੋਈ ਵਿਰਲਾ ਹੈ ਜਿਹੜਾ ਗੁਰੂ ਦੇ ਇਸ ਉਪਦੇਸ਼ ਨੂੰ ਕਮਾਉਂਦਾ ਹੈ। ਤ੍ਰੈ ਵੀਹਾਂ ਦੇ ਦਮ ਲੈ, 1 ਰੁਪਈਆ ਹੋਛਾ ਹੋਈ। ਇਹ ਉਸ ਵੇਲੇ ਦੀ ਭਾਈ ਗੁਰਦਾਸ ਸਾਹਿਬ ਦੇ ਵੇਲੇ ਜੋ ਪੈਸੇ ਚੱਲਦੇ ਸਨ, ਰੁਪਈਏ ਸਨ, ਇਹ ਉਦੋਂ ਦਾ ਦ੍ਰਿਸ਼ਟਾਂਤ ਦਿੱਤਾ ਹੈ। ਅੱਜ ਦੇ ਸਮੇਂ ਦੇ ਵਿੱਚ ਇਹਦੇ ਨਾਲ ਮੇਲ ਨਾ ਕਰਿਓ, ਕਿਉਂਕਿ ਸਮੇਂ ਦੇ ਨਾਲ ਜਿਵੇਂ ਅੰਗਰੇਜ਼ਾਂ ਦੇ ਵੇਲੇ ਉਹ 64 ਪੈਸਿਆਂ ਦਾ ਇੱਕ ਸਿੱਕਾ ਰੁਪਈਆ ਹੁੰਦਾ ਸੀ। ਸੋ ਭਾਈ ਗੁਰਦਾਸ ਸਾਹਿਬ ਦੇ ਵੇਲੇ 3 ਵੀਹਾਂ ਦੇ ਦਮ ਲੈ। ਭਾਈ ਗੁਰਦਾਸ ਸਾਹਿਬ ਜੀ ਦ੍ਰਿਸ਼ਟਾਂਤ ਦਿੰਦੇ, ਕਹਿੰਦੇ 3 ਵੀਹਾਂ, 20 ਨੂੰ 3 ਥਾਂ 'ਤੇ, ਭਾਵ 60। ਕਹਿੰਦੇ ਜਿਹੜੇ 60 ਪੈਸੇ ਨੇ ਉਹਨਾਂ ਦਾ ਉਹ ਦੇ ਕੇ ਤੇ 1 ਰੁਪਈਆ ਲਈਏ। 1 ਰੁਪਈਆ ਹੋਛਾ ਹੋਈ, ਅਤੇ ਉਹ 1 ਰੁਪਈਆ ਜਿਹੜਾ ਨਾ ਹੌਲਾ ਹੋ ਜਾਂਦਾ। ਭਾਵ ਇੱਕ ਪਾਸੇ 60 ਪੈਸੇ ਹੋਣ, ਉਦੋਂ 60 ਪੈਸਿਆਂ ਦਾ ਰੁਪਈਆ ਸੀ, ਅਤੇ 30 ਟਕੇ ਬਣਦੇ ਸਨ ਉਸ ਵੇਲੇ। 60 ਪੈਸੇ ਦੇ ਕੇ 1 ਰੁਪਈਆ ਲੈ ਲਿਆ, ਭਾਰ ਕੀ ਹੌਲਾ ਹੋ ਗਿਆ। ਕਿੱਥੇ 60 ਦਾ ਭਾਰ ਅਤੇ ਕਿੱਥੇ 1 ਦਾ ਭਾਰ। ਸੋ ਕੀਮਤ ਤਾਂ ਉਨੀ ਹੈ। 10 ਰੁਪਈ ਲਈ ਦਾ 1 ਸੁਨਈਆ ਹੌਲਾ ਸੋਈ। ਸੋ ਭਾਈ ਗੁਰਦਾਸ ਜੀ ਕਹਿੰਦੇ ਫਿਰ ਅੱਗੇ ਵੇਖੋ, 10 ਰੁਪਈਏ ਜਿਹੜੇ ਨੇ ਉਹ ਦੇ ਕੇ 10 ਰੁਪਈ ਲਈ ਦਾ, 10 ਰੁਪਈਏ ਦੇ ਕੇ 1 ਸੁਨਈਆ, 1 ਸੋਨੇ ਦੀ ਮੋਹਰ, ਉਹਨੂੰ ਬੁਤਕੀ ਵੀ ਕਹਿੰਦੇ ਸਨ, 1 ਸੋਨੇ ਦੀ ਮੋਹਰ ਲਈ ਦੀ ਹੈ, ਅਤੇ 10ਵਾਂ ਹਿੱਸਾ ਭਾਰ ਜਿਹੜਾ ਨਾ ਹੋਰ ਹੌਲਾ ਹੋ ਜਾਂਦਾ ਹੈ। 10 ਰੁਪਈਏ ਦਿੱਤੇ, 10 ਦਾ ਕਿੰਨਾ ਭਾਰ ਹੋਣਾ।
ਤੇ 10 ਦੇ ਕੇ 1 ਸੋਨੇ ਦੀ ਮੋਹਰ ਮਿਲ ਗਈ, ਉਹਦਾ ਭਾਰ ਕਿੰਨਾ ਹੌਲਾ ਹੋ ਗਿਆ। ਸਹਿਸ ਸੁਨਈਏ ਮੁੱਲ ਕਰ, ਲਈਏ ਹੀਰਾ ਹਾਰ ਪਰੋਈ। ਫਿਰ ਸਹਿਸ ਸੁਨਈਏ, ਸਹਿਸ ਦਾ ਅਰਥ ਹੁੰਦਾ 1000, 1000 ਸੋਨੇ ਦੀ ਮੋਹਰ ਦੇ ਕੇ, ਮੁੱਲ ਕਰਕੇ ਤੇ ਹੀਰਾ ਲੈ ਲਈਏ। ਤੇ ਉਹਦਾ ਭਾਰ ਕਿੰਨਾ ਥੋੜ੍ਹਾ ਹੁੰਦਾ ਹੀਰੇ ਦਾ, ਤੇ ਉਹ ਹਾਰ ਵਿੱਚ ਪਰੋਇਆ ਜਾਂਦਾ ਹੈ। ਰਾਣੀਆਂ ਦੇ ਗਲੇ ਦਾ ਹਾਰ ਜਿਹੜਾ ਉਹਦੇ ਵਿੱਚ ਪਰੋਇਆ ਜਾਂਦਾ ਹੈ। ਮਤਲਬ ਇਹ ਹੈ ਵੀ ਤੁਸੀਂ ਜੇ ਅੱਜ ਦੇ ਜ਼ਮਾਨੇ ਵਿੱਚ ਵੇਖੋ ਵੀ ਜਿਵੇਂ ਆ ਚਿੱਲੜ ਨੇ ਭਾਨ ਹੈ, ਲੱਖ ਰੁਪਈਏ ਦੀ ਭਾਨ ਬੰਦੇ ਨੇ ਚੁੱਕਣੀ ਹੋਵੇ ਤੇ ਕਿੰਨਾ ਭਾਰ ਹੁੰਦਾ ਹੈ। ਤੇ ਜੇ 10 ਦੀਆਂ ਗੁੱਟੀਆਂ ਹੋਣ, ਦ੍ਰਿਸ਼ਟਾਂਤ ਹੀ ਹੈ ਨਾ, ਤਾਂ ਵੀ 100 ਗੁੱਟੀ ਹੋਣੀ ਹੈ, ਫਿਰ ਲੱਖ ਰੁਪਈਆ ਬਣਨਾ। ਤੇ ਬੰਦਾ ਅੱਜ ਕੱਲ੍ਹ ਵੇਖੋ ਕਰੰਸੀ ਵੱਧਦੀ ਗਈ ਹੈ, 500 ਦੇ ਨੋਟ ਨੇ, ਤੇ ਫਿਰ ਉਹ ਬਹੁਤ ਜੇਬ 'ਚ ਪਾ ਕੇ ਤੁਰਿਆ ਫਿਰਦਾ, ਖੀਸੇ ਵਿੱਚ ਪਾ ਕੇ। ਭਾਈ ਗੁਰਦਾਸ ਜੀ ਦੇ ਕਹਿਣ ਦਾ ਮਤਲਬ ਹੈ ਕਿ ਜਿਵੇਂ ਜਿਵੇਂ ਪੈਸੇ ਤੋਂ ਰੁਪਈਏ, ਰੁਪਈਏ ਤੋਂ ਅੱਗੇ ਸੋਨੇ ਦੀਆਂ ਮੋਹਰਾਂ, ਸੋਨੇ ਦੀਆਂ ਮੋਹਰਾਂ ਤੋਂ ਅੱਗੇ ਹੀਰਾ ਲੈ ਲਿਆ, ਮੁੱਲ ਤਾਂ ਵੱਧਦਾ ਗਿਆ, ਭਾਰ ਘਟਦਾ ਗਿਆ। ਸੋ ਸਹਿਸ ਸੁਨਈਏ ਮੁੱਲ ਕਰ, ਲਈਏ ਹੀਰਾ ਹਾਰ ਪਰੋਈ। ਕਹਿੰਦੇ 1000 ਸੋਨੇ ਦੀ ਮੋਹਰ ਦੇ ਕੇ ਮੁੱਲ ਕਰਕੇ ਹੀਰਾ ਲੈ ਲਿਆ। ਹੀਰੇ ਦਾ ਭਾਰ, ਹੁਣ 1000 ਮੋਹਰ ਹੋਵੇ ਸੋਨੇ ਦੀ, ਉਹਦਾ ਵਜ਼ਨ ਕਿੰਨਾ ਬਣ ਜਾਣਾ, ਤੇ ਹੀਰਾ ਛੋਟਾ ਜਿਹਾ ਮਿਲਣਾ। ਉਹ ਕੀਮਤ ਤਾਂ ਨਹੀਂ ਨਾ ਘਟੀ, ਹੀਰੇ ਦੀ ਕਿੰਨੀ ਕੀਮਤ ਹੈ। ਸੋ ਹੀਰਾ ਹਾਰ ਵਿੱਚ ਪਰੋਇਆ ਜਾਂਦਾ, ਫਿਰ ਸ਼ੋਭਾ ਪਾਉਂਦਾ ਹੈ। ਇਸੇ ਤਰ੍ਹਾਂ ਪੈਰੀ ਪੈ ਪਾ ਖਾਕ ਹੋਏ, ਮਨ ਬਚ ਕਰਮ ਭਰਮ ਭਉ ਹੋਈ। ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਜੋ ਪੈਰੀ ਪੈ, ਜੋ ਚਰਨੀ ਪੈ ਕੇ, ਚਰਨੀ ਲੱਗ ਕੇ ਚਰਨ ਧੂੜ ਬਣ ਜਾਂਦੇ ਹੈ ਨਾ, ਕੱਲੀਆਂ ਗੱਲਾਂ ਦੇ ਨਾਲ ਨਹੀਂ, ਮਨ ਬਚ ਕਰਮ, ਮਨ ਕਰਕੇ, ਬਚਨਾ ਕਰਕੇ ਤੇ ਕਰਮ ਸਰੀਰ ਕਰਕੇ, ਉਹ ਭਰਮ ਭਉ ਹੋਈ, ਉਹ ਆਪਣੇ ਅੰਦਰੋਂ ਭਰਮ ਤੇ ਭੈ ਨੂੰ, ਡਰ ਨੂੰ ਦੂਰ ਕਰ ਦਿੰਦੇ ਹੈ। ਭਾਵ ਇਹ ਹੈ ਵੀ ਜਿਹੜਾ ਚਰਨੀ ਲੱਗਦਾ, ਨਿਮਰਤਾ ਧਾਰਨ ਕਰਦਾ ਨਾ, ਉਹ ਹੀਰੇ ਵਰਗਾ ਬਣ ਜਾਂਦਾ ਗੁਰੂ ਕਾ ਸਿੱਖ। ਜਿਵੇਂ ਹੀਰਾ ਹਾਰ ਵਿੱਚ ਪਰੋਤਾ ਹੋਇਆ ਸ਼ੋਭਾ ਪਾਉਂਦਾ ਹੈ, ਇਸੇ ਤਰ੍ਹਾਂ ਗੁਰੂ ਕਾ ਸਿੱਖ ਗੁਰੂ ਦੇ ਦਰ 'ਤੇ ਸ਼ੋਭਾ ਪਾਉਂਦਾ ਹੈ। ਹੀਰੇ ਵਰਗਾ ਹੈ ਗੁਰੂ ਕਾ ਸਿੱਖ, ਪੈਸੇ ਵਰਗਾ ਨਹੀਂ। ਹੋਏ ਪੰਚਾਇਣ ਪੰਜ ਮਾਰ, ਬਾਹਰ ਜਾਂਦਾ ਰੱਖ ਸਗੋਈ। ਫਿਰ ਗੁਰਸਿੱਖ ਕੀ ਕਰਦਾ ਹੈ, ਹੋਏ ਪੰਚਾਇਣ, 5 ਮਾਰ, ਜਿਹੜੇ 5 ਵਿਸ਼ੇ ਨੇ, 5 ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨੂੰ ਮਾਰ ਕੇ 5 ਵਿਸ਼ੇ ਨੇ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ, ਇਹਨਾਂ ਨੂੰ ਮਾਰ ਕੇ ਤੇ ਪੰਚਾਇਣ, ਉਹ ਪੰਚਾਂ ਦੇ ਵਿੱਚ ਉੱਤਮ ਪੁਰਸ਼ਾਂ ਵਿੱਚ ਗਿਣਿਆ ਜਾਂਦਾ ਹੈ। ਅਥਵਾ ਪੰਚਾਇਣ ਨਾਮ ਹੁੰਦਾ ਸਾਧ ਸੰਗਤ ਦਾ। ਗੁਰਸਿੱਖ ਜਿਹੜਾ ਨਾ ਸਾਧ ਸੰਗਤ ਵਿੱਚ ਪ੍ਰਾਪਤ ਹੋ ਕੇ 5 ਵਿਸ਼ਿਆਂ ਨੂੰ, 5 ਵਿਕਾਰਾਂ ਨੂੰ ਮਾਰ ਕੇ ਬਾਹਰ ਜਾਂਦਾ ਰੱਖ ਸਗੋਈ, ਬਾਹਰ ਦੌੜਦੇ ਭੱਜਦੇ ਇਸ ਮਨ ਨੂੰ ਆਪਣੇ ਅੰਦਰ ਟਿਕਾ ਕੇ ਰੱਖਦਾ, ਮਤਲਬ ਮਨ ਨੂੰ ਕਾਬੂ ਵਿੱਚ ਕਰ ਲੈਂਦਾ ਹੈ। ਸਗੋਈ ਦਾ ਭਾਵ ਹੁੰਦਾ ਸਵੈ ਗੋਈ, ਜਿਹੜਾ ਆਪਣੇ ਆਪ ਵਿੱਚ ਅੰਦਰ ਲੁਕਿਆ ਹੋਇਆ ਗੁਪਤ ਹੈ, ਉਹ ਕੌਣ ਹੈ, ਮਨ। ਇਸ ਮਨ ਨੂੰ ਉਹ ਟਿਕਾ ਕੇ ਰੱਖਦਾ ਹੈ। ਬੋਲ ਅਮੋਲ ਸਾਧ ਜਨ ਓਈ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਹੀ ਸਾਧੂ ਹੈ ਗੁਰੂ ਕਾ ਸਿੱਖ ਪਿਆਰਾ, ਤੇ ਉਹਦਾ ਜਿਹੜਾ ਬੋਲ ਹੈ ਅਮੋਲ, ਅਮੋਲਕ ਹੈ। ਉਹਦੇ ਬੋਲ ਦੀ ਮਹਿਮਾ ਅਮੋਲ ਹੈ, ਹੀਰੇ ਤੋਂ ਵੀ ਵੱਧ ਮਹਿੰਗਾ ਹੈ ਉਸ ਦਾ ਬੋਲ, ਹੀਰੇ ਤੋਂ ਵੀ ਵੱਧ ਉਹਦੀ ਕੀਮਤ ਹੈ ਗੁਰੂ ਕੇ ਸਿੱਖ ਦੀ, ਜਿਹੜਾ ਸਤਿਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਅਨੁਸਾਰ ਆਪਣੇ ਨੂੰ ਨੀਵੇਂ ਤੋਂ ਨੀਵਾਂ ਸਦਵਾਉਂਦਾ ਹੈ, ਔਰ ਗੁਰੂ ਦੇ ਉਪਦੇਸ਼ ਨੂੰ ਕਮਾਉਂਦਿਆਂ ਨਿਮਰਤਾ ਧਾਰਨ ਕਰਕੇ ਰੱਖਦਾ ਹੈ। ਬੋਲ ਅਮੋਲ, ਇੱਥੇ ਅਮੋਲ ਦੀ ਥਾਂ 'ਤੇ ਅਬੋਲ ਪਾਠ ਵੀ ਆਉਂਦਾ ਹੈ ਵੀ ਉਹਨਾਂ ਗੁਰਸਿੱਖਾਂ ਦਾ ਬੋਲ ਜਿਹੜਾ ਨਾ, ਉਹ ਫਿਰ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਵੀ ਕਿੰਨੀ ਕੁ ਉਹਦੀ ਕੀਮਤ ਹੈ। ਸੋ ਇਹ ਵੀ ਪਾਠੰਤਰ ਹੈ, ਇਹ ਵਿਦਿਆਰਥੀਆਂ ਵਾਸਤੇ ਬੇਨਤੀ ਹੈ। ਸੋ ਨਿਮਰਤਾ ਦਾ ਗੁਣ ਭਾਈ ਗੁਰਦਾਸ ਸਾਹਿਬ ਜੀ ਨੇ ਦ੍ਰਿਸ਼ਟਾਂਤ ਦੇ ਕੇ ਸਮਝਾਇਆ ਵੀ ਜਿਵੇਂ ਜਿਵੇਂ ਪੈਸੇ, ਰੁਪਈਏ, ਸੋਨੇ ਦੀਆਂ ਮੋਹਰਾਂ ਤੇ ਹੀਰਾ ਅਮੋਲਕ ਬਣਿਆ, ਭਾਰ ਘਟਦਾ ਗਿਆ,
ਪਰ ਮੁੱਲ ਵੱਧਦਾ ਗਿਆ। ਇਸੇ ਤਰ੍ਹਾਂ ਜਿਹੜਾ ਜਿਵੇਂ ਜਿਵੇਂ ਨਿਉਂਦਾ ਜਾਂਦਾ ਨਾ, ਉਹ ਗੁਣਾਂ ਦੇ ਨਾਲ ਭਰਦਾ ਜਾਂਦਾ ਹੈ, ਉਹਦਾ ਮੁੱਲ ਗੁਰੂ ਦੇ ਦਰ 'ਤੇ ਪੈਂਦਾ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਪੌੜੀ ਦੇ ਵਿੱਚ ਜੋ ਜ਼ਿਕਰ ਕੀਤਾ ਹੈ, ਇੱਕ ਤਾਂ ਇਹ ਕਿ ਭਾਈ ਗੁਰਦਾਸ ਜੀ ਦੇ ਵੇਲੇ ਜੋ ਪੌੜੀ ਵਿੱਚ ਜ਼ਿਕਰ ਕੀਤਾ ਹੈ, ਦਮ ਲੈ। ਦਮ ਇਹ ਕੋਈ ਸਿੱਕਾ ਸੀ ਜੋ ਪੈਸੇ ਦੇ ਕਰੀਬ ਦਾ ਸੀ, ਜੋ 60 ਰੁਪਈਆਂ ਦਾ ਹੁੰਦਾ ਸੀ, ਅਤੇ ਇਹਦੇ ਆਨੇ ਉਦੋਂ ਗਿਣੇ ਜਾਂਦੇ ਹੋਣਗੇ ਜੋ 15 ਬਣਦੇ ਸੀ। ਇਹ ਅੰਦਾਜ਼ਾ ਹੈ ਉਸ ਵੇਲੇ ਦੀ ਕਰੰਸੀ ਦਾ। ਸੁਨਈਆ ਨਾਮ ਸੋਨੇ ਦਾ ਹੁੰਦਾ, ਸੋਨੇ ਦਾ ਸਿੱਕਾ ਉਸ ਵੇਲੇ ਜਾਰੀ ਸੀ ਜੋ 10 ਰੁਪਈਆਂ ਦਾ ਹੁੰਦਾ ਸੀ, ਜੋ ਅਸ਼ਰਫੀ ਤੋਂ ਇਲਾਵਾ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਨਾਲ, ਜਿਵੇਂ ਅੱਜ ਕੱਲ੍ਹ ਪੌਂਡ ਹੈ, ਉਦੋਂ ਇੱਥੇ ਇੱਕ ਬਰਾਬਰ ਦਾ ਹੋਵੇਗਾ। ਇਹ ਵਿਦਵਾਨ ਜਿਹੜਾ ਅਨੁਮਾਨ ਲਾਉਂਦੇ ਹੈ। ਔਰ ਇਸ ਤਰ੍ਹਾਂ ਫਿਰ ਜਦੋਂ ਸੋਨੇ ਦੀਆਂ ਮੋਹਰਾਂ, ਉਹਦੇ ਤੋਂ ਅੱਗੇ ਹੀਰਾ, ਉਹਦਾ ਇਹ ਨਹੀਂ ਕਿਹਾ ਵੀ ਸੋਨੇ ਦੀਆਂ ਮੋਹਰਾਂ ਕਿੰਨੀਆਂ ਦੇਣੀਆਂ ਹੀਰਾ ਹੈ। ਉਹ ਸ਼ਬਦ ਲਿਖੇ ਨੇ ਸਹਿਸ ਸੁਨਈਏ ਮੁੱਲ ਕਰ, ਵੀ ਹਜ਼ਾਰਾਂ ਜਿਹੜੀਆਂ ਸੋਨੇ ਦੀਆਂ ਮੋਹਰਾਂ ਨੇ ਉਹਦਾ ਮੁੱਲ ਕਰਨਾ, ਕਿਉਂਕਿ ਹੀਰਾ ਜਿਹੜਾ ਹੁੰਦਾ ਨਾ ਉਹਦੀ ਕੀਮਤ ਵੱਧ ਘੱਟ ਹੁੰਦੀ ਹੈ। ਹੀਰਾ ਕੋਈ ਮਹਿੰਗਾ ਹੈ, ਕਿਸੇ ਦਾ ਮੁੱਲ ਬਹੁਤ ਜ਼ਿਆਦਾ, ਤਾਂ ਉਸ ਤਰ੍ਹਾਂ ਮੁੱਲ ਕਰ ਇਹ ਸ਼ਬਦ ਲਿਖਿਆ ਹੈ ਭਾਈ ਗੁਰਦਾਸ ਸਾਹਿਬ ਨੇ। ਭਾਵ ਸਾਨੂੰ ਇਹ ਸਮਝਾਇਆ ਹੈ ਵੀ ਨਿਮਰਤਾ ਧਾਰਨ ਕਰਕੇ ਗੁਰੂ ਦੇ ਦਰ 'ਤੇ ਪ੍ਰਵਾਨ ਹੋਇਆ ਜਾਂਦਾ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਹੋਏ ਪੰਚਾਇਣ ਪੰਜ ਮਾਰ, ਬਾਹਰ ਜਾਂਦਾ ਰੱਖ ਸਗੋਈ, ਬੋਲ ਅਮੋਲ ਸਾਧ ਜਨ ਓਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।